8 ਅਗਸਤ 1992 ਨੂੰ ਇਹਨਾਂ ਨੂੰ ਘਰੋਂ ਚੁੱਕ ਕੇ ਪੂਰੇ 1 ਮਹੀਨੇ ਬਾਅਦ 9 ਸਤੰਬਰ 1992 ਨੂੰ ਇੱਕ ਝੂਠੇ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ। ਤਾਂ ਸਰਿਆਲੀ ਥਾਣੇ ਦੇ ਵਿੱਚ ਲੈ ਗਏ। ਅੱਛਾ, ਉੱਥੇ ਫਿਰ ਇਹਨਾਂ ਰਿਮਾਂਡ ਲੈ ਕੇ ਬਹੁਤ ਕੁੱਟਮਾਰ ਕਰਦੇ ਰਹੇ। ਉਸ ਤੋਂ ਬਾਅਦ 1 ਮਹੀਨਾ ਤੇ 8 ਦਿਨ ਇਹਨਾਂ ਨੂੰ ਕੁੱਟਮਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਬਾਕੀ ਸ਼੍ਰੋਮਣੀ ਕਮੇਟੀ 'ਚ ਚਲੋ ਠੀਕ ਆ, ਜੋਬ ਤੇ ਦਿੱਤੀ, ਪਰ ਅਸੀਂ ਲਾਸਟ ਟਾਈਮ ਭਾਈ ਪਰਮਜੀਤ ਸਿੰਘ ਤੇ ਮੈਂ ਭਾਈ ਆਪਣੇ ਜਿਹੜੇ ਮੌਜੂਦਾ ਪ੍ਰਧਾਨ ਆ ਸਰਦਾਰ ਹਰਜਿੰਦਰ ਸਿੰਘ ਧਾਮੀ, ਉਹਨਾਂ ਦੇ ਘਰ ਪਹੁੰਚੇ ਆ। ਉਹਨਾਂ ਨੇ ਸਾਨੂੰ ਗੇਟ ਤੋਂ, ਅਸੀਂ ਦੱਸਿਆ ਵੀ ਆ ਕਿ ਮੈਂ ਬਾਬੇ ਮਾਨੋਚਾਲ ਦਾ ਭਤੀਜਾ ਵਾਂ, ਕਿਸੇ ਕੰਮ ਗਏ ਸੀਗੇ, ਉਹਨਾਂ ਗੇਟ ਤੋਂ ਹੀ ਕਹਿੰਦੇ ਵੀ ਦਫ਼ਤਰ ਆ ਕੇ ਗੱਲ ਕਰਿਓ। ਨਾ ਪਾਣੀ ਪੁੱਛਿਆ ਤੇ ਨਾ ਅੱਗੇ ਇਹ ਵੀ ਨਹੀਂ ਆਖਿਆ ਵੀ ਅੱਗੇ ਆ ਜਾਓ। ਇੱਕ ਤੇ ਪਰਿਵਾਰਕ ਮੈਂਬਰ ਸ਼ਹੀਦ ਕਰ ਦਿੱਤੇ ਤੇ 29 ਸਾਲ ਇਸ ਘਰ ਦੇ ਉੱਤੇ ਪੁਲਿਸ ਦਾ ਕਬਜ਼ਾ ਰਿਹਾ। ਇੱਥੇ ਕੀ ਕਹਿਰ ਹੁੰਦੇ ਰਹੇ ਨੇ ਜਦੋਂ ਪੁਲਿਸ ਦੀ ਚੌਂਕੀ ਸੀ ਇੱਥੇ, ਇਸ ਚਾਰ ਦੀਵਾਰੀ 'ਚ ਕੀ ਹੋਇਆ। ਈਵਨ ਕਿ 2 ਤੇ ਥਾਣੇਦਾਰ ਵੀ ਮਰੇ ਨੇ ਇੱਥੇ। ਤੇ ਮੌਜੂਦਾ ਸੰਘਰਸ਼ ਦੇ ਵਿੱਚ ਸਭ ਤੋਂ ਵੱਧ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਭੈਣ ਭਰਾ ਜਿਹੜੇ ਆ ਉਹ ਸ਼ਹੀਦ ਹੋਏ ਨੇ। ਤੇ ਉਹ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ ਜਿਹੜੇ ਆ ਜੀ ਸ਼ਹੀਦ ਹੋਏ ਆ। ਇੱਕ ਪਾਸੇ ਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦੇ ਹੁਕਮਾਂ ਤੇ ਬੰਦੀ ਸਿੰਘਾਂ ਦੀਆਂ ਵੱਡੇ ਪੋਸਟਰ ਲੱਗ ਗਏ ਨੇ ਤੇ ਉਹ ਕਹਿੰਦੇ ਅਸੀਂ ਸ਼ਹੀਦਾਂ ਦਾ ਸਤਿਕਾਰ ਵੀ ਕਰਦੇ ਹਾਂ, ਤੇ ਜੇ ਘਰ ਜਾਂਦੇ ਆ ਤੇ ਪਾਣੀ ਦਾ ਘੁੱਟ ਨਹੀਂ ਪੁੱਛਦੇ ਪ੍ਰਧਾਨ ਜੀ। ਨਹੀਂ ਪੁੱਛਦੇ ਪ੍ਰਧਾਨ ਜੀ, ਪਾਣੀ ਦਾ ਘੁੱਟ ਵੀ ਨਹੀਂ ਪੁੱਛਦੇ। ਇਹ ਗੱਲ ਪ੍ਰਧਾਨ ਸਾਹਿਬ ਤੱਕ ਚਲੀ ਜਾਣੀ ਆ। ਹਾਂਜੀ, ਕੋਈ ਗੱਲ ਨਹੀਂ ਚਲੇਗੀ। ਸਜ਼ਾ ਵੀ ਮਿਲ ਸਕਦੀ ਆ। ਚਲੋ ਅੱਗੇ ਸਜ਼ਾ ਥੋੜੀ ਮਿਲੀ, ਕਿਤੇ ਅੱਗੇ ਵੀ ਤਾਂ ਸਜ਼ਾ ਭੁਗਤਣੇ। ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਸ਼ਹਿਰਾ ਪਨਵਾ ਦੇ ਵਿੱਚ ਇੱਕ ਐਸੇ ਮਾਣਮੱਤੇ ਸ਼ਹੀਦ ਪਰਿਵਾਰ ਦੇ ਘਰ ਜਿਹੜੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਇੱਥੇ ਅੱਜ ਕੱਲ੍ਹ ਪਰਿਵਾਰ ਰਹਿ ਰਿਹਾ ਜੀ ਸ਼ਹੀਦ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਜੀ ਦੇ ਭਰਾ ਸ਼ਹੀਦ ਭਾਈ ਨਰਵੈਲ ਸਿੰਘ ਜੀ ਦਾ ਪਰਿਵਾਰ। ਇਹ ਘਰ ਜਿਹੜਾ ਤੁਸੀਂ ਕੈਮਰੇ ਦੀ ਅੱਖ ਦੇ ਨਾਲ ਵੀ ਵੇਖ ਰਹੇ ਹੋ ਪੂਰੇ ਵਿਸਥਾਰ ਦੇ ਨਾਲ, ਇਹ 29 ਸਾਲ ਬਾਅਦ ਇਹ ਪੁਲਿਸ ਦੇ ਕਬਜ਼ੇ 'ਚੋਂ ਛੁਡਾਇਆ ਗਿਆ। 29 ਸਾਲ ਤੱਕ ਇੱਥੇ ਪੁਲਿਸ ਦੀ ਚੌਂਕੀ ਬਣੀ ਰਹੀ ਆ ਤੇ ਘਰੋਂ ਬੇਘਰ ਕਰ ਦਿੱਤਾ ਇਸ ਪਰਿਵਾਰ ਨੂੰ। ਔਰ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ 29 ਜੀ ਸ਼ਹੀਦ ਹੋਏ ਨੇ। 2 ਭਰਾ, 2 ਮਾਤਾ ਪਿਤਾ, 4 ਇਸ ਘਰ ਦੇ, ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਰਿਸ਼ਤੇਦਾਰ ਭੈਣ ਭਰਾ ਕੁੱਲ 22 ਜੀ ਜਿਹੜੇ ਆ ਉਹ ਸ਼ਹੀਦ ਹੋਏ ਨੇ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ। ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਸ਼ਹੀਦ ਭਾਈ ਨਰਵੈਲ ਸਿੰਘ ਜੀ ਦੇ ਪਰਿਵਾਰ ਦੇ ਨਾਲ। ਤੇ ਆਓ ਤੁਹਾਨੂੰ ਮਿਲਵਾਉਂਦੇ ਹਾਂ ਜੀ ਸ਼ਹੀਦ ਭਾਈ ਨਰਵੈਲ ਸਿੰਘ ਜੀ ਮਾਨੋਚਾਲ ਦੇ ਪਰਿਵਾਰ ਦੇ ਨਾਲ।
ਆਓ ਜੀ ਤੁਹਾਡੀ ਮੁਲਾਕਾਤ ਕਰਾਉਂਦੇ ਆ ਬਹੁਤ ਹੀ ਸਤਿਕਾਰਯੋਗ ਬੀਬੀ ਕੁਲਦੀਪ ਕੌਰ ਜੀ, ਜੋ ਕਿ ਧਰਮ ਪਤਨੀ ਨੇ ਸ਼ਹੀਦ ਭਾਈ ਨਿਰਵੈਲ ਸਿੰਘ ਸਨ ਆਫ ਆਤਮਾ ਸਿੰਘ, ਪਿੰਡ ਨਸ਼ਹਿਰਾ ਪਨਵਾ, ਜ਼ਿਲ੍ਹਾ ਤਰਨਤਾਰਨ। ਸ਼ਹੀਦ ਭਾਈ ਨਿਰਵੈਲ ਸਿੰਘ ਜੀ ਇਸ ਖਾੜਕੂ ਮੂਵਮੈਂਟ ਦੇ ਬਾਬਾ ਬੋੜ, ਸ਼ਹੀਦ ਜਥੇਦਾਰ ਮਾਨੋਚਾਲ, ਜਥੇਦਾਰ ਗੁਰਬਚਨ ਸਿੰਘ ਜੀ ਮਾਨੋਚਾਲ ਦੇ ਭਾਈ ਸਨ। ਤੇ ਅਕਸਰ ਇਹ ਗੱਲ ਦਾ ਚਰਚਾ ਹੁੰਦਾ ਸੀਗਾ ਕਿ ਜੇ ਤੁਸੀਂ ਪੁਲਿਸ ਵਾਲਿਆਂ ਦੇ ਵਿੱਚ, ਸੁਰੱਖਿਆ ਏਜੰਸੀਆਂ ਦੇ ਵਿੱਚ ਇਸ ਗੱਲ ਦੀ ਚਰਚਾ ਰਹੀ ਹੈ ਕਿ ਅਗਰ ਤੁਸੀਂ ਜਥੇਦਾਰ ਮਾਨੋਚਾਲ ਨੂੰ ਖਤਮ ਕਰਨਾ ਤੇ ਪਹਿਲਾਂ ਭਾਈ ਨਿਰਵੈਲ ਸਿੰਘ ਨੂੰ ਖਤਮ ਕਰਨਾ ਪਏਗਾ। ਤੇ ਬਹੁਤ ਜ਼ਿਆਦਾ ਇਹਨਾਂ ਦੇ ਪਰਿਵਾਰਕ ਮੈਂਬਰ ਸ਼ਹੀਦ ਹੋਏ ਨੇ। ਸ਼ਹੀਦ ਭਾਈ ਨਿਰਵੈਲ ਸਿੰਘ, ਜਿਨ੍ਹਾਂ ਨੂੰ ਕਿ ਪਹਿਲਾਂ ਵੀ ਗ੍ਰਿਫਤਾਰ ਕਰਕੇ ਕਈ ਚਿਰ ਇਹ ਜੇਲ੍ਹ ਦੇ ਵਿੱਚ ਰਹੇ ਨੇ, ਉਸ ਤੋਂ ਬਾਅਦ ਜ਼ਮਾਨਤ ਤੋਂ ਰਿਹਾ ਹੋਣ ਤੋਂ ਬਾਅਦ ਇਹ ਘਰ ਹੀ ਸਨ। ਤੇ ਮਤਲਬ ਕੋਈ ਉਸ ਵਕਤ ਭਗੌੜੇ ਨਹੀਂ ਸੀ। 8 ਅਗਸਤ 1992 ਨੂੰ ਇਹਨਾਂ ਨੂੰ ਘਰੋਂ ਚੁੱਕ ਕੇ ਪੂਰੇ 1 ਮਹੀਨੇ ਬਾਅਦ 9 ਸਤੰਬਰ 1992 ਨੂੰ ਇੱਕ ਝੂਠੇ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ। ਤੇ ਜਿਸ ਘਰ ਦੇ ਵਿੱਚ ਅਸੀਂ ਬੈਠੇ ਹਾਂ, ਇਹ ਨਸ਼ਹਿਰਾ ਪਨਵਾ ਦੇ ਵਿੱਚ, ਇੱਥੇ ਅੱਜ ਕੱਲ੍ਹ ਸ਼ਹੀਦ ਭਾਈ ਨਿਰਵੈਲ ਸਿੰਘ ਜੀ ਦਾ ਪਰਿਵਾਰ ਰਹਿੰਦਾ। ਇਹ ਉਹ ਘਰ ਆ ਜਿਹੜਾ 29 ਸਾਲ ਬਾਅਦ ਪੁਲਿਸ ਦੇ ਨਜਾਇਜ਼ ਕਬਜ਼ੇ ਦੇ ਵਿੱਚੋਂ ਬੜੀ ਜੱਦੋਜਹਿਦ ਤੋਂ ਬਾਅਦ ਇਹ ਘਰ ਜਿਹੜਾ ਛਡਾਇਆ। ਉਹ ਘਰ ਵੀ ਕਿਵੇਂ ਛਡਾਇਆ, ਕੀ ਗੱਲਾਂ ਬਾਤਾਂ, ਸਾਰਾ ਕੁਝ ਅਸੀਂ ਵੇਰਵੇ ਸਹਿਤ ਅੱਜ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ। ਆਓ ਗੱਲਬਾਤ ਕਰਦੇ ਹਾਂ ਬੀਬੀ ਕੁਲਦੀਪ ਕੌਰ ਜੀ ਨਾਲ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਡੇ ਪਰਿਵਾਰ 'ਤੇ ਜਿਹੜੇ ਜ਼ੁਲਮ ਤਸ਼ੱਦਦ ਜੋ ਕੁਝ ਹੋਇਆ ਬੀਤਿਆ, ਸਾਰੀ ਦੁਨੀਆ ਨੂੰ ਪਤਾ ਹੈ, ਕਿਉਂਕਿ ਬਹੁਤ ਸਾਰੇ ਰਸਾਲੇ, ਮੈਗਜ਼ੀਨ, ਅਖਬਾਰਾਂ ਦੇ ਵਿੱਚ ਤੁਹਾਡੇ ਪਰਿਵਾਰਾਂ ਦੀਆਂ ਦਾਸਤਾਂ ਵੱਖ-ਵੱਖ ਚੈਨਲਾਂ 'ਤੇ ਸਾਂਝੀਆਂ ਹੁੰਦੀਆਂ ਰਹਿੰਦੀਆਂ ਨੇ। ਤੇ ਕਈਆਂ ਸਾਲਾਂ ਬਾਅਦ ਮਤਲਬ ਸ਼ਾਇਦ ਹੁਣ ਥੋੜ੍ਹਾ ਬਹੁਤਾ ਸੁੱਖ ਦਾ ਸਾਹ ਆਇਆ ਵੀ ਘਰ ਵੀ ਜਿਹੜਾ ਹੁਣ ਹੀ ਤੁਹਾਡੇ ਕਬਜ਼ੇ 'ਚ ਆਇਆ। ਅਸਲ ਦੇ ਵਿੱਚ ਕਿਹੜੇ ਸਨ 'ਚ ਵਿਆਹ ਹੋਇਆ ਜਦੋਂ ਤੁਸੀਂ ਇਸ ਪਰਿਵਾਰ 'ਚ ਆਏ ਹੋ? ਸਾਨੂੰ ਤਾਂ ਤੇ ਹੁਣ ਯਾਦ ਨਹੀਂ ਹੈਗਾ। ਠੀਕ ਹੈ। 80 82 ਸਨ ਸੀ। ਅੱਛਾ, 82 ਦੇ ਲਾਗੇ ਚਾਗੇ ਤੁਹਾਡਾ ਵਿਆਹ ਹੁੰਦਾ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ 2 ਸਾਲ ਹੀ ਲੰਘੇ ਤੇ 84 ਦਾ ਤੇ ਅਟੈਕ ਹੋਣ ਤੋਂ ਬਾਅਦ ਫਿਰ ਉਸ ਵਕਤ ਜਥੇਦਾਰ ਮਾਨੋਚਾਲ ਦਾ ਬੜਾ ਵੱਡਾ ਨਾਂ ਸੀ, ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦਾ। ਹਾਂਜੀ ਹਾਂਜੀ। ਫਿਰ ਫਿਰ 84 ਤੋਂ ਹੀ ਆਉਣੀ ਸ਼ੁਰੂ ਹੋ ਗਈ ਘਰ? ਹਾਂਜੀ, 84 ਤੋਂ ਹੀ ਇਹ ਫਿਰ ਭਗੌੜੇ ਨਹੀਂ ਸੀ। ਫਿਰ ਇਹ ਮਤਲਬ ਬਾਬਾ ਜੀ ਦਾ ਕਹਿਣ ਕਰਕੇ ਵੀ ਇਹਦਾ ਘਰੋਂ ਬਾਹਰ ਰਹਿਣ ਡੈ ਪਏ, ਥੋੜਾ ਅੱਗੇ ਪਿੱਛੇ ਰਹਿਣਾ, ਥੋੜਾ ਅੱਗੇ ਪਿੱਛੇ ਰਹਿਣ ਡੈ ਪਏ। ਠੀਕ ਹੈ। ਮਹਿਤਾ ਸਾਹਿਬ ਕੁਛ ਸਮਾਂ ਰਹੇ। ਠੀਕ ਹੈ। ਤੇ ਸੰਤਾਂ ਦੇ ਕੋਲ ਫਿਰ ਕਦੀ ਇਹਨਾਂ ਘਰ ਆ ਜਾਣਾ, ਕਦੀ ਚਲੇ ਜਾਣਾ। ਠੀਕ ਹੈ। ਫਿਰ ਜਦੋਂ ਪੁਲਿਸ ਆਈ ਤੇ ਫਿਰ ਇਹਨਾਂ ਨੂੰ ਉਹਨਾਂ ਨੇ ਫੜ ਲਿਆ। ਅੱਛਾ, ਜਦੋਂ ਇਹ ਨਾਭੇ ਜੇਲ੍ਹ 'ਚ ਸਨ 87 88 'ਚ, ਕਿਉਂਕਿ ਉਸੇ ਦੌਰ 'ਚ ਮੈਂ ਵੀ ਉੱਥੇ ਸਾਂ, ਮੈਂ ਮੇਰੇ ਭਾਈ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ, ਅਸੀਂ ਇਕੱਠੇ ਰਹੇ ਹਾਂ ਨਾਭੇ ਜੇਲ੍ਹ ਦੇ ਵਿੱਚ। ਉਦੋਂ ਇਹ ਕਿਹੜੇ ਸਨ, 86 'ਚ ਫੜੇ ਗਏ ਸੀ? ਹਾਂ ਹਾਂਜੀ ਹਾਂਜੀ ਹਾਂਜੀ, 85 86 'ਚ ਫੜੇ ਗਏ ਸੀ। ਅੱਛਾ। ਹਾਂਜੀ। ਤੇ ਉਦੋਂ ਫਿਰ ਉੱਥੇ ਨਾਭੇ ਜੇਲ੍ਹ ਦੇ ਵਿੱਚ 85 'ਚ ਭਗੌੜੇ ਰਹੇ ਤੇ 86 'ਚ ਫੜੇ ਸੀ। ਅੱਛਾ ਜੀ। ਹਾਂਜੀ। 86 'ਚ ਗ੍ਰਿਫਤਾਰ ਕਰਕੇ ਤੇ ਨਾਭੇ ਜੇਲ੍ਹ ਭੇਜਤੇ। ਫਿਰ ਨਾਭੇ ਜੇਲ੍ਹ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਸੀ। ਉੱਥੇ ਅਸੀਂ ਇਹਨਾਂ ਦੀ ਮੁਲਾਕਾਤ ਕਰਨ ਜਾਂਦੇ ਰਹੇ। ਠੀਕ ਹੈ। ਬੱਚੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਰਹੇ। ਠੀਕ ਹੈ। ਕਾਫੀ ਸਮਾਂ ਅਸੀਂ ਜਦੋਂ ਸਵੇਰ ਤੋਂ ਚੱਲਣਾ ਸ਼ਾਮਾਂ ਤੀਕ ਉੱਥੇ ਪਹੁੰਚਣਾ। ਹਾਂਜੀ। 2-4 ਮਿੰਟ ਹੀ ਮਿਲਣ ਦਿੰਦੇ ਸੀ, ਤੁਹਾਨੂੰ ਪਤਾ ਹੀ ਆ ਉੱਥੇ। ਘੋੜਿਆਂ ਵਾਲੇ ਗੁਰਦੁਆਰੇ ਰਹਿੰਦੇ ਹੋਣੇ ਉੱਥੇ? ਹਾਂਜੀ, ਘੋੜਿਆਂ ਵਾਲੇ ਗੁਰਦੁਆਰੇ ਫਿਰ। ਤਕਰੀਬਨ ਸਾਰੇ ਪਰਿਵਾਰ ਉੱਥੇ ਰਹਿੰਦੇ ਹੁੰਦੇ ਸੀ? ਹਾਂਜੀ ਹਾਂਜੀ, ਘੋੜਿਆਂ ਵਾਲੇ ਗੁਰਦੁਆਰੇ ਫਿਰ ਅਸੀਂ ਰਾਤ ਉੱਥੇ ਰਹਿੰਦੇ ਹਾਂ ਠੀਕ ਤੇ ਸਵੇਰੇ ਫਿਰ ਅਸੀਂ ਘਰ ਆਉਂਦੇ ਹਾਂ। ਤੇ ਕੋਈ 2-4 ਮਿੰਟ ਵਾਸਤੇ ਹੀ ਸਾਡੇ ਨਾਲ ਗੱਲਬਾਤ ਹੁੰਦੀ ਹੈ। ਹਾਂਜੀ, ਇਸ ਤਰ੍ਹਾਂ ਹੀ। ਜ਼ਿਆਦਾ ਚਿਰ ਨਹੀਂ ਸਾਨੂੰ ਮਿਲਣ ਦਿੰਦੇ। ਅੱਛਾ, ਫਿਰ ਉੱਥੋਂ ਜ਼ਮਾਨਤ ਹੋ ਗਈ ਜਦੋਂ ਘਰ ਆਏ ਨੇ? ਹਾਂਜੀ, ਉੱਥੋਂ ਇਹਨਾਂ ਦੀ ਜ਼ਮਾਨਤ ਹੋ ਗਈ ਤੇ ਫਿਰ ਘਰੇ ਆਏ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਫੜ ਲਿਆ। ਅੱਛਾ। ਹਾਂਜੀ। ਉਹ ਅੱਗੇ ਬਾਹਰ ਨਿਕਲਦਿਆਂ ਫਿਰ ਫੜ ਲੈਂਦੇ ਹੁੰਦੇ ਸੀ? ਹਾਂਜੀ, ਫਿਰ ਇਹਨਾਂ ਨੂੰ ਫੜ ਲਿਆ ਤੇ ਫਿਰ ਇਹਨਾਂ ਨੂੰ ਉਦੋਂ ਬਾਅਦ ਫਿਰ ਕੁੱਟਮਾਰ ਵਾਹਵਾ ਕਰਦੇ ਰਹੇ। ਅੱਛਾ। ਤੇ ਉਸ ਤੋਂ ਬਾਅਦ ਇਹਨਾਂ ਨੂੰ ਫਿਰ 1 ਸਾਲ ਜੇਲ੍ਹ ਦੇ ਵਿੱਚ ਫਿਰ ਰਹਿਣਾ ਪਿਆ। ਅੱਛਾ, ਨਾਭੇ ਜੇਲ੍ਹ 'ਚੋਂ ਆਣ ਕੇ ਫਿਰ ਅੰਮ੍ਰਿਤਸਰ ਜੇਲ੍ਹ 'ਚ ਰਹੇ ਆ? ਫਿਰ ਅੰਮ੍ਰਿਤਸਰ ਜੇਲ੍ਹ 'ਚ ਇੱਕ ਸਾਲ ਫਿਰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰਹੇ। ਫਿਰ ਜ਼ਮਾਨਤ ਤੇ ਆਏ ਸੀ। ਜ਼ਮਾਨਤ ਤੋਂ ਆਉਣ ਤੋਂ ਬਾਅਦ ਫਿਰ ਇਹਨਾਂ ਨੂੰ ਇੱਥੋਂ ਗੁਰਦੁਆਰੇ ਦੇ ਲਾਗੋਂ ਫਿਰ ਫੜ ਲਿਆ ਗਿਆ। ਅੱਛਾ। ਤੇ ਫਿਰ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ, ਫਿਰ ਬਾਪੂ ਜੀ ਨੇ ਭੱਜ ਨੱਸ ਕਰਕੇ ਫਿਰ ਪਤਾ ਕੀਤਾ, ਇਹਨਾਂ ਨੂੰ ਬਹੁਤ ਕੁੱਟਮਾਰ ਕੀਤੀ। ਫਿਰ ਇਹਨਾਂ ਦਾ 8 ਦਿਨ ਦਾ ਰਿਮਾਂਡ ਲਿਆ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਫਿਰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭੇਜਿਆ ਗਿਆ। ਅੱਛਾ। ਤੇ ਉਸ ਤੋਂ ਬਾਅਦ ਜਦੋਂ ਅੰਮ੍ਰਿਤਸਰ ਜੇਲ੍ਹ ਤੋਂ ਬਾਅਦ ਫਿਰ ਇਹ ਆਏ ਆ ਘਰੇ। ਤੇ ਉਸ ਤੋਂ ਬਾਅਦ ਇਹ ਹੁਣ 92 ਸਨ 'ਚ 91-92 ਦੇ ਵਿੱਚ ਫਿਰ ਇਹਨਾਂ ਨੂੰ ਘਰੋਂ ਚੁੱਕ ਕੇ ਤੇ ਫਿਰ ਸ਼ਹੀਦ ਕਰ ਦਿੱਤਾ ਗਿਆ। ਜਿਵੇਂ ਕਿ ਭੈਣ ਜੀ ਕੁਲਦੀਪ ਕੌਰ ਦੱਸ ਰਹੇ ਨੇ ਵੀ ਇੱਕ ਵਾਰੀ ਨਹੀਂ, ਕਈ ਵਾਰੀ ਮਤਲਬ ਫੜਿਆ, ਜੇਲ੍ਹ ਭੇਜਤਾ, ਫੜਿਆ, ਇੰਟਰੋਗੇਟ ਕੀਤਾ, ਫਿਰ ਜੇਲ੍ਹ ਭੇਜਤਾ। ਕਦੀ ਇਹਨਾਂ ਕੋਲ ਕੋਈ ਹਥਿਆਰ ਥਿਊਰ ਵੀ ਬਰਾਮਦ ਹੋਇਆ ਸੀ ਕਿ ਜਾਂ ਨਹੀਂ? ਕੋਈ ਨਹੀਂ ਸੀ ਹਥਿਆਰ ਫੜਿਆ ਗਿਆ ਇਹਨਾਂ ਦੇ ਕੋਲ,
ਖਾਲੀ ਫੜੇ ਜਾਂਦੇ ਸੀ ਜਾਂ ਤਾਂ ਮਤਲਬ ਆਪਣੇ ਕੋਲੋਂ ਹੀ ਪਾ ਪੂ ਕੇ ਕੇਸ ਪਾ ਦਿੰਦੇ ਆਪਣੇ ਕੋਲੋਂ ਹੀ ਪਾ ਦਿੰਦੇ ਸੀਗੇ। ਇਹਨਾਂ ਦੇ ਕੋਲੋਂ ਕੁਝ ਨਹੀਂ ਸੀ ਕਦੀ ਵੀ ਫੜਿਆ ਗਿਆ, ਖਾਲੀ ਫੜੇ ਜਾਂਦੇ ਸੀਗੇ। ਤੇ ਬਾਅਦ ਵਿੱਚ ਜਦੋਂ ਇਹਨਾਂ ਨੂੰ ਸ਼ਹੀਦ ਕਰਦੇ ਉਦੋਂ ਤੇ ਇਹਨਾਂ ਨੂੰ ਘਰੋਂ ਹੀ ਚੁੱਕ ਕੇ ਖੜਿਆ ਸੀ, ਐਸੇ ਘਰੋਂ ਚੁੱਕ ਕੇ ਖੜਿਆ। ਐਸੇ ਘਰ ਚੋਂ ਹੀ ਲੈ ਕੇ ਗਏ। ਹਾਂਜੀ, ਐਸੇ ਘਰੋਂ ਸ਼ਾਮਾਂ ਨੂੰ ਚੁੱਕ ਕੇ ਖੜਿਆ ਸੀ। ਕਿਹੜਾ ਪੁਲਿਸ ਅਫਸਰ ਸੀਗਾ ਜਾਂ ਕੋਈ ਯਾਦ ਜੀ ਜਿਹੜੇ ਆਏ ਸੀਗੇ ਪੁਲਿਸ ਅਫਸਰ? ਇੰਦਰਜੀਤ ਸਿੰਘ ਥਾਣੇਦਾਰ ਸੀ। ਇੰਦਰਜੀਤ ਸਿੰਘ ਸੀਗਾ ਥਾਣੇਦਾਰ, ASI ਹੀ? ਹਾਂਜੀ, ਇੰਦਰਜੀਤ ਸਿੰਘ ਸੀ। ਉਹਨੇ ਚੁੱਕ ਕੇ ਖੜਿਆ ਸੀ ਘਰੋਂ ਅੱਛਾ ਸ਼ਾਮੀ 5 ਵਜੇ। ਅੱਛਾ ਤੇ ਫਿਰ ਇਹ ਜਦੋਂ ਲੈ ਗਏ ਇੱਥੇ ਐਸ ਚੌਂਕੀ ਦੇ ਵਿੱਚ ਤੇ ਸਾਰੇ ਜਣੇ ਘਰ ਦਾ ਪਰਿਵਾਰ ਮਗਰ ਗਏ ਆ, ਹਾਂਜੀ ਚਾਚੇ ਤਾਏ ਇਹਨਾਂ ਦੇ। ਤੇ ਉਹਨਾਂ ਨੇ ਉੱਥੇ ਨਹੀਂ ਇਹਨਾਂ ਨੂੰ ਮਿਲਣ ਦਿੱਤਾ, ਫਿਰ ਤਰਨਤਾਰਨ ਲੈ ਗਏ ਆ। ਤਰਨਤਾਰਨ ਤੋਂ ਵਾਪਸ ਫਿਰ 8 ਵਜੇ ਇੱਥੇ ਹੀ ਲੈ ਆਏ ਆ ਨਸ਼ਹਿਰੇ ਚੌਂਕੀ ਦੇ ਵਿੱਚ। ਅੱਛਾ ਤੇ ਇੱਥੇ ਫਿਰ ਇਹਨਾਂ ਨੇ ਫਿਰ ਮਗਰ ਗਏ ਆ ਬਾਪੂ ਜੀ ਹੁਣੀ ਸਾਡੇ ਸਹੁਰਾ ਸਾਹਿਬ। ਇਹਨਾਂ ਨੂੰ ਗਾਲ ਮੰਦਾ ਬਹੁਤ ਕੀਤਾ ਵਾ ਤੇ ਇਹ ਵਾਪਸ ਆ ਗਏ ਆ। ਤੇ ਫਿਰ ਅਗਲੇ ਦਿਨ ਇਹਨਾਂ ਨੂੰ ਸਰਿਆਲੀ ਥਾਣੇ ਦੇ ਵਿੱਚ ਲੈ ਗਏ। ਅੱਛਾ ਉੱਥੇ ਫਿਰ ਇਹਨਾਂ ਰਿਮਾਂਡ ਲੈ ਕੇ ਬਹੁਤ ਕੁੱਟਮਾਰ ਕਰਦੇ ਰਹੇ। ਉਸ ਤੋਂ ਬਾਅਦ 1 ਮਹੀਨਾ ਤੇ 8 ਦਿਨ ਇਹਨਾਂ ਨੂੰ ਕੁੱਟਮਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ 8 ਅਗਸਤ 1992 ਨੂੰ ਇਹਨਾਂ ਨੂੰ ਘਰੋਂ ਗ੍ਰਿਫਤਾਰ ਕਰਦੇ ਨੇ ਤੇ 9/9/1992 ਨੂੰ ਇਹਨਾਂ ਨੂੰ ਇੱਕ ਝੂਠੇ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਜਾਂਦਾ ਤੇ ਉਸੇ ਦਿਨ ਹੀ ਪਤਾ ਲੱਗਾ ਕਿ ਇਸ ਘਰ ਤੇ ਕਬਜ਼ਾ ਕਰ ਲਿਆ ਪੁਲਿਸ ਨੇ। ਹਾਂਜੀ, ਨਹੀਂ ਜੀ, ਅਸੀਂ ਇੱਥੇ ਹਾਂ। ਮੈਂ ਇੱਥੇ ਰਹਿੰਦੀ ਹਾਂ, ਬੱਚੇ ਛੋਟੇ ਮੇਰੇ ਕੋਲ ਸੀ, ਬਾਕੀ ਸਾਰਾ ਪਰਿਵਾਰ ਘਰੋਂ ਬਾਹਰ ਹੋ ਗਿਆ ਸੀ। ਤੇ ਪੁਲਿਸ ਆਉਂਦੀ ਰਹੀ ਆ, 2-2 3-3 ਗੱਡੀਆਂ ਇੱਥੇ ਮੈਂ ਬੈਠੀ ਹੁੰਦੀ ਹਾਂ ਬੱਚੇ ਲੈ ਕੇ। ਉਹਨਾਂ ਨੇ ਕਹਿਣਾ ਵੀ ਬੀਬੀ ਜੀ ਤੁਸੀਂ ਕਿਉਂ ਨਹੀਂ ਘਰੋਂ ਜਾਂਦੇ? ਹਾਂਜੀ ਤੇ ਮੈਂ ਕਹਿਣਾ ਕਿ ਤੁਸੀਂ ਸਾਡੇ ਬੰਦੇ ਕੁਛ ਫੜੇ ਆ, ਕੁਛ ਡਰਦੇ ਭੱਜੇ ਆ ਤੇ ਹੁਣ ਘਰ ਸਾਡੇ ਕੋਈ ਨਹੀਂ, ਤੇ ਮੈਂ ਖਾਲੀ ਘਰ ਛੱਡ ਕੇ ਕਿਸ ਤਰ੍ਹਾਂ ਛੱਡ ਕੇ ਚੱਲ ਜਾਵਾਂ ਭਰਿਆ ਘਰ। ਤੇ ਮੈਂ ਇਸ ਕਰਕੇ ਨਹੀਂ ਘਰੋਂ ਜਾਂਦੀ ਰਹੀ। ਫਿਰ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਕੱਲ ਨੂੰ ਇੱਥੇ ਬਹੁਤ ਜ਼ਿਆਦਾ ਵੀ ਕਰਨਾ ਵਾ, ਮੈਨੂੰ ਕਿਸੇ ਨੇ ਦੱਸ ਦਿੱਤਾ ਵੀ ਇਹਨਾਂ ਨੇ ਚੌਂਕੀ ਪਾ ਲੈਣੀ ਇੱਥੇ। ਤੇ ਕਿਸੇ ਦੇ ਕਹਿਣ ਕਰਕੇ ਫਿਰ ਮੈਂ ਬੱਚੇ ਲੈ ਕੇ 1 ਦਿਨ ਪਹਿਲਾਂ ਘਰੋਂ ਚਲੇ ਗਈ ਤੇ ਘਰੋਂ ਕੋਈ ਸਮਾਨ ਨਹੀਂ ਮੈਂ ਖੜਿਆ, ਸਿਰਫ ਬੱਚਿਆਂ ਨੂੰ ਲੈ ਕੇ ਗਈ ਖਾਲੀ ਜਗ੍ਹਾ। ਤੇ ਉਸ ਤੋਂ ਬਾਅਦ ਅਗਲੇ ਦਿਨ ਇੱਥੇ ਆ ਗਈ, ਚੌਂਕੀ ਆ ਗਈ ਹੈ। ਤੇ ਉਸ ਦਿਨ ਹੀ ਉਸੇ ਰਾਤ ਹੀ ਇਹਨਾਂ ਨੇ ਮੁਕਾਬਲਾ ਸ਼ੁਰੂ ਕਰ ਦਿੱਤਾ ਖਾਰੇ ਵਾਲੇ ਪੁਲ ਤੇ। ਹਾਂਜੀ, ਜਦੋਂ ਕਿਤੇ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੀ, ਉਹਦੇ ਭਰਾਵਾਂ ਦੀ ਜਾਂ ਹੋਰ ਰਿਸ਼ਤੇਦਾਰਾਂ ਦੀ ਕਿਤੇ ਗੱਲ ਚੱਲਦੀ ਆ ਤੇ ਤਸ਼ੱਦਦ ਦਾ ਉਹ ਘਿਨਾਉਣਾ ਦੌਰ ਚੱਲਿਆ ਵਾ ਇਸ ਪਰਿਵਾਰ ਦੇ ਉੱਤੇ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਉਸੇ ਦਿਨ ਬੰਦਾ ਘਰ ਦਾ ਮਾਰ ਦਿੱਤਾ, ਨਾਲ ਹੀ ਘਰ ਤੇ ਕਬਜ਼ਾ ਕਰ ਲਿਆ। ਪਰਿਵਾਰ ਨਾ ਕਿਤੇ ਇੱਥੇ ਰਹਿਣ ਜੋਗਾ, ਜੋ ਸਾਜੋ ਸਮਾਨ ਘਰ ਦਾ ਕੁਝ ਵੀ ਨਹੀਂ, ਸਿਰਫ ਬੱਚੇ ਲੈ ਕੇ ਤੁਸੀਂ ਚੱਲ ਗਏ ਹੋ, ਘਰ ਦਾ ਸਮਾਨ ਤੇ ਸਾਰਾ ਇੱਥੇ ਹੀ ਸੀਗਾ। ਸਮਾਨ ਖੁੱਲੇ ਦਰਵਾਜ਼ੇ ਛੱਡ ਕੇ ਮੈਂ ਚਲੇ ਗਈ। ਕੋਈ ਮੈਂ 10 ਰੁਪਏ ਵੀ ਨਹੀਂ ਘਰੋਂ ਲੈ ਕੇ ਗਈ। ਡੰਗਰ ਵੱਛਾ ਜਿਹੜਾ ਸੀ ਸਾਰਾ ਡੰਗਰ ਵੱਛਾ ਵੀ ਇੱਥੇ ਹੀ। ਮੈਂ ਕਿਸੇ ਦੇ ਪਿੰਡ ਦੇ ਦੂਜੇ ਪਾਸੇ ਕਿਸੇ ਦੇ ਘਰੋਂ ਜਾ ਕੇ ਮੈਂ ਕਿਰਾਇਆ ਲਿਆ, ਉਹਨਾਂ ਦੇ ਕੋਲੋਂ ਕਿਰਾਇਆ ਲੈ ਕੇ ਤੇ ਫਿਰ ਮੈਂ ਪਿੰਡ ਦੇ ਉਤਲੇ ਪਾਸਿਆਂ ਦੀ ਹੋ ਕੇ ਫਿਰ ਮੈਂ ਚੜ੍ਹ ਕੇ ਬੱਸੇ ਤੇ ਫਿਰ ਮੈਂ ਬਾਹਰ ਰਿਸ਼ਤੇਦਾਰ ਆਪਦਿਆਂ ਦੇ ਕੋਲ ਚਲੇ ਗਈ। ਤੇ ਅਗਲੇ ਦਿਨ ਹੀ ਇੱਥੇ ਪੁਲਿਸ ਬਹਿ ਗਈ ਤੇ ਘਰੋਂ ਕੋਈ ਸਮਾਨ ਨਹੀਂ ਮੈਂ ਖੜਿਆ। ਤੁਸੀਂ ਫਿਰ ਕਿੱਥੇ ਰਹਿ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ? ਮੈਂ ਆਪਦੇ ਰਿਸ਼ਤੇਦਾਰਾਂ ਕੋਲ ਰਹੀ, ਕੋਈ ਕੁਛ ਦਿਨ ਕਿਤੇ 2 ਬੱਚੇ ਮੇਰੇ ਕੋਲ ਸੀ, 2 ਬੱਚੇ ਮੇਰੇ ਰਿਸ਼ਤੇਦਾਰਾਂ ਦੇ ਕੋਲ ਹੀ ਰਹੇ। ਤੇ 2 ਬੱਚੇ ਜਿਹੜੇ ਛੋਟੇ ਸੀ ਜ਼ਿਆਦਾ, ਇੱਕ ਅਮਰਤਪਾਲ ਸਿੰਘ 10 ਕੁ ਮਹੀਨੇ ਦਾ ਸੀ ਤੇ ਗੁਰਸ਼ਰਨ ਸਿੰਘ ਜਿਹੜਾ ਸੀ ਉਹ 2 ਕੁ ਸਾਲ ਦਾ ਸੀ। ਇਹ ਦੋਵੇਂ ਬੱਚੇ ਮੇਰੇ ਕੋਲ ਹੀ, ਕਿ ਛੋਟੇ ਹੀ ਇਹ ਪਾਸੇ ਰਿਸ਼ਤੇਦਾਰਾਂ ਕੋਲ ਰਹਿ ਨਹੀਂ ਸਕਦੇ ਤੇ ਇਹਨਾਂ ਨੂੰ ਮੈਂ ਕੋਲ ਰੱਖਿਆ ਸੀ। ਤੇ ਦੂਸਰੇ ਰਿਸ਼ਤੇਦਾਰਾਂ ਦੇ ਕੋਲ ਹੀ ਵੱਡੇ ਬੱਚੇ। 4 ਬੇਟੇ ਆ ਤੁਹਾਡੇ? 4 ਬੇਟੇ ਆ। ਤੇ ਫਿਰ ਮੈਂ ਇਸ ਤਰ੍ਹਾਂ ਮੈਂ ਰਹਿ ਰਹੀ ਹਾਂ ਆਸੇ ਪਾਸੇ ਬੱਚਿਆਂ ਕੋਲ। ਫਿਰ ਆਖਰੀ ਦੇ ਟਾਈਮ ਜਦੋਂ ਬਿਲਕੁਲ ਹੀ ਸਾਰੇ ਪੇਸ਼-ਪੂਸ਼ ਹੋ ਗਏ ਇਹਨਾਂ ਦੇ ਚਾਚੇ ਤਾਏ, ਫਿਰ ਇਹ ਕਹਿਣ ਲੱਗੇ ਵੀ ਹੁਣ ਆਪਾਂ ਮਾਨੋਚਾਲ ਰਹਿ ਲਈਏ। ਵੀ ਰਿਸ਼ਤੇਦਾਰਾਂ ਕੋ ਵੀ 2 ਸਾਲ 3 ਸਾਲ ਤੇ ਕੱਟ ਲਏ, ਜਿੰਨਾ ਕੁ ਚਿਰ ਤੋਂ ਹੀ ਸਿਆਣੇ ਜੇ ਕੱਟਿਆ ਜਾਂਦਾ। ਫਿਰ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੁੰਦੀ। ਤੁਸੀਂ ਬਹੁਤਾ ਸਮਾਂ ਆਪਣੇ ਪੇਕੇ ਰਹੇ ਕਿ ਜਾਂ ਹੋਰ ਰਿਸ਼ਤੇਦਾਰਾਂ ਕੋਲ? ਬਹੁਤਾ ਸਮਾਂ ਆਪਣੇ ਪੇਕੇ ਰਹੀ ਹਾਂ। ਠੀਕ ਹੈ, ਹਾਂਜੀ, ਠੀਕ ਹੈ। ਥੋੜਾ ਸਮਾਂ ਰਿਸ਼ਤੇਦਾਰਾਂ ਕੋਲ ਰਹੀ ਹਾਂ ਤੇ ਬਹੁਤਾ ਸਮਾਂ ਮੈਂ ਪੇਕੇ ਘਰ ਰਹੀ ਹਾਂ। ਕਦੀ ਪੇਕਿਆਂ ਪਰਿਵਾਰ ਨੂੰ ਨਹੀਂ ਸੀ ਪਰੇਸ਼ਾਨ ਕੀਤਾ ਪੁਲਿਸ ਨੇ? ਨਹੀਂ ਜੀ, ਉਹਨਾਂ ਨੂੰ ਕੁਛ ਨਹੀਂ ਕਦੀ ਵੀ ਕਿਹਾ ਨਹੀਂ। ਉਹ ਕਹਿੰਦੇ ਕਿ ਇਹਨਾਂ ਨੂੰ ਨਹੀਂ ਪਰੇਸ਼ਾਨ ਕਰਨਾ, ਕਿ ਇਹਨਾਂ ਦਾ ਜਿਹੜਾ ਜਵਾਈ ਸੀ ਉਹਨੂੰ ਤੇ ਪਹਿਲਾਂ ਮਾਰ ਦਿੱਤਾ ਗਿਆ ਵਾ ਤੇ ਉਹਨਾਂ ਨੂੰ ਨਹੀਂ ਪਰੇਸ਼ਾਨ ਕਦੀ ਕੀਤਾ। ਕਦੀ ਪੁਲਿਸ ਵੀ ਨਹੀਂ ਗਈ ਉੱਥੇ। ਪਹਿਲਾਂ ਜਾਂਦੀ ਰਹੀ, ਜਦੋਂ ਇਹ ਭਗੌੜੇ ਸੀ ਉਦੋਂ ਜਾਂਦੀ ਰਹੀ ਸੀ ਤੇ ਬਾਅਦ 'ਚ ਜਦੋਂ ਸ਼ਹੀਦ ਕਰਤਾ ਉਦੋਂ ਨਹੀਂ ਸੀ ਕਦੀ ਗਈ। ਅੱਛਾ ਭੈਣ ਜੀ, ਫਿਰ ਸਾਰੀ ਬੱਚਿਆਂ ਦੀ ਪਾਲਣ ਪੋਸ਼ਣ, ਪੜ੍ਹਾਈ ਲਿਖਾਈ ਤੁਹਾਡੇ ਪੇਕਿਆਂ ਕੀਤੀ ਕਿ ਕੋਈ ਹੋਰ ਵੀ ਆਮਦਨ ਦਾ ਸਾਧਨ ਸੀਗਾ? ਨਹੀਂ ਕੀਤੀ, ਸਾਡੀ ਜੀ ਪੇਕਿਆਂ ਨੇ ਕੀਤੀ। ਕਿਸੇ ਨਹੀਂ ਸਾਡੀ ਬਾਂਹ ਫੜੀ। ਪੇਕਿਆਂ ਨੇ ਜਿੰਨੇ ਕੁ ਜੋਗੇ ਸੀ ਵਿਚਾਰੇ, ਉਹ ਵੀ ਮਾਤੜ ਹੀ ਸੀ ਤੇ ਚਲੋ ਥੋੜ੍ਹੀ ਬਹੁਤੀ ਉਹਨਾਂ ਹੀ ਪੜ੍ਹਾਈ ਕਰਾਈ ਇਹਨਾਂ ਦੀ। ਬੱਚਿਆਂ ਦੀ 12 ਪੜ੍ਹੇ ਆ ਤੇ ਬਾਕੀ ਜ਼ਿਆਦਾ ਖਰਚੇ ਹੁਣ ਜ਼ਿਆਦਾ ਪੜ੍ਹ ਵੀ ਨਹੀਂ ਸਕੇ। ਤੇ ਇੱਕ ਵੱਡੇ ਤੋਂ ਛੋਟਾ ਬੇਟਾ ਜਿਹੜਾ ਵਾ ਉਹ ਤੇ ਅਖੀਰ ਤੱਕ ਨਾਨਕੇ ਹੀ ਰਿਹਾ ਵਾ। ਉਹਨਾਂ ਨੇ 12 ਪੜ੍ਹਾਈਆਂ ਤੇ ਉੱਥੇ ਹੀ ਰਿਹਾ ਵਾ। ਉਹ ਤੇ ਵਿਆਹ ਹੋਣ ਤੋਂ 2 ਸਾਲ ਪਹਿਲਾਂ ਇੱਥੇ ਆਇਆ ਸਾਡੇ ਕੋਲ ਤੇ ਬਾਕੀ ਜ਼ਿਆਦਾ ਸਮਾਂ ਉਹ ਨਾਨਕੇ ਹੀ ਰਿਹਾ ਵਾ। ਸਤਰਾਜ ਸਿੰਘ। ਬਹੁਤ ਤੁਹਾਡਾ, ਅਸੀਂ ਤੁਹਾਡੇ ਪੇਕੇ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਜੀ। ਕਿ ਨਹੀਂ ਤੇ ਮੈਂ ਵੇਖਿਆ ਕਿ ਮਾਵਾਂ ਪੁੱਤ ਨਹੀਂ ਸੰਭਾਲੇ ਉਦੋਂ, ਬੜੇ ਨਜ਼ਦੀਕੀ ਰਿਸ਼ਤੇਦਾਰ ਵੀ ਬਾਹਾਂ ਖੜੀਆਂ ਕਰ ਜਾਂਦੇ ਸੀ, ਹੱਥ ਜੋੜ ਦਿੰਦੇ ਸੀ ਵੀ ਤੁਸੀਂ ਸਾਡੇ ਘਰੋਂ ਚੱਲ ਜਾਓ।
ਤੇ ਤੁਹਾਡੇ ਪੇਕਿਆਂ ਨੇ ਤੁਹਾਡੇ ਪ੍ਰਤੀ ਜਾਂ ਤੁਹਾਡੇ ਬੱਚਿਆਂ ਦੇ ਪ੍ਰਤੀ ਬਣਦੇ ਜਿਹੜੇ ਫਰਜ਼ ਨਿਭਾਏ ਆ, ਉਸ ਗੱਲ ਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਚਲੋ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਵਾ ਕਦੀ। ਠੀਕ ਹੈ ਜੀ। ਤੇ ਕਦੀ ਜਿਸ ਤਰ੍ਹਾਂ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਕਿਤੇ ਜਿਸ ਤਰ੍ਹਾਂ ਸੰਸਥਾਵਾਂ ਜਾਂ ਕਿਤੇ ਜਿਸ ਤਰ੍ਹਾਂ ਬੱਚੇ ਪੜ੍ਹਾਉਂਦੀਆਂ ਨੇ, ਕੁਛ ਟਰਸਟ ਬਣੇ ਸੀਗੇ, ਬੀਬੀ ਸੰਦੀਪ ਕੌਰ ਨੇ ਜਾਂ ਬੀਬੀ ਕੁਲਬੀਰ ਕੌਰ ਧਾਮੀ ਨੇ, ਕਦੀ ਇੱਥੇ ਨਹੀਂ ਸੀ ਸੋਚਿਆ ਵੀ ਬੱਚੇ ਉੱਥੇ ਪੜ੍ਹਾ ਲਈਏ? ਹਾਂਜੀ ਨਹੀਂ ਜੀ, ਕਿਸੇ ਨੇ ਨਹੀਂ ਸਾਡੇ ਬੱਚੇ ਪੜ੍ਹਾਏ, ਨਾ ਕਿਸੇ ਸਾਨੂੰ ਕੋਈ ਮਦਦ ਦਿੱਤੀ ਆ, ਨਾ ਕਿਸੇ ਨੇ ਸਾਨੂੰ ਕਦੀ ਪੁੱਛਿਆ ਹੀ ਸੀ। ਇੱਕ ਗੱਲ ਬੀਬੀ ਜੀ ਮੈਂ ਬੇਨਤੀ ਲੱਗਾ ਕਰਨ ਕਿ ਆਹ ਜਿਹੜੀ ਗੱਲ ਆ ਨਾ, ਇਹ ਪੂਰੀ ਦੁਨੀਆ ਨੇ ਸੁਣਨੀ ਆ। ਜੇ ਕਦੀ ਕਿਸੇ ਨੇ ਕਿਤੇ 100 ਰੁਪਈਆ ਤੇ ਸਰੋਪਾ ਵੀ ਦਿੱਤਾ ਨਾ, ਤੇ ਯਾਦ ਕਰਕੇ ਅੱਜ ਧੰਨਵਾਦ ਜ਼ਰੂਰ ਕਰਨਾ ਜੇ ਉਹਨਾਂ ਦਾ। ਠੀਕ ਹੈ ਜੀ। ਕਿਉਂਕਿ ਕਈ ਵਾਰੀ ਹੁੰਦਾ ਮੁੜ ਕੇ ਫਿਰ ਉਹ ਰੋਸ ਕਰਦੇ ਆ ਵੀ ਅਸੀਂ ਇਹਨਾਂ ਦੀ ਮਦਦ ਕੀਤੀ ਸੀ ਜਾਂ ਅਸੀਂ ਆਹ ਸੇਵਾ ਕੀਤੀ ਸੀ। ਕਿਉਂਕਿ ਜਿਹੜਾ ਵੀ ਸੇਵਾ ਕਰਦਾ ਕੋਈ ਆਪਣੀ ਜੇਬ ਚੋਂ ਨਹੀਂ ਕਰਦਾ, ਕਿਸੇ ਵੇਲੇ ਸੰਗਤ ਕੋਲੋਂ ਇਕੱਠਾ ਕਰਕੇ ਜਿਹੜਾ ਹੁੰਦਾ ਵਾ ਪਹੁੰਚੀ ਹੁੰਦੀ ਸੇਵਾ, ਤੇ ਉਹ ਜਿਹੜਾ ਗੌਰ ਨਾਲ ਜ਼ਰੂਰ ਉਹਨਾਂ ਦਾ ਯਾਦ ਕਰਕੇ ਜ਼ਿਕਰ ਕਰਿਓ। ਹਾਂਜੀ ਨਹੀਂ, ਉਹ ਜੀ ਤੇ ਚੰਡੀਗੜ੍ਹ ਤੋਂ ਧਾਮੀ ਸਾਹਿਬ ਹੀ, ਉਹਨਾਂ ਨੇ ਥੋੜੀ ਸੇਵਾ ਕੀਤੀ ਸੀ 10,000 ਦੀ, ਕਿਉਂਕਿ ਸਾਡਾ ਇੱਥੇ ਪਰਿਵਾਰ ਇਕੱਠਾ ਸੀ। ਉਹ ਵੀ ਅਸੀਂ ਇਹਨਾਂ ਦੇ ਚਾਚਿਆਂ ਨੂੰ ਦੇਤੀ ਵੀ ਅਸੀਂ ਆਪਦੇ ਕੋਲ ਨਹੀਂ ਰੱਖੀ, ਕਿ ਤੁਸੀਂ ਪਰਿਵਾਰ ਪਾਲਣ ਦੇ ਜੇ ਤੁਸੀਂ ਰੱਖਣੀ ਹੈ। ਇੰਨੀ ਕੁ ਸੇਵਾ ਉਹਨਾਂ ਨੇ ਦਿੱਤੀ, ਹੋਰ ਕਿਸੇ ਨੇ ਸਾਨੂੰ ਕੋਈ ਸੇਵਾ ਦਿੱਤੀ। ਹਾਂਜੀ ਚਲੋ ਕੋਈ ਨਹੀਂ, ਧੰਨਵਾਦ ਜੀ ਧਾਮੀ ਸਾਹਿਬ ਦਾ ਵੀ, ਕਿਉਂਕਿ ਉਹ ਵੀ ਉਹਨਾਂ ਨੇ ਸ਼ਹੀਦ ਪਰਿਵਾਰਾਂ ਦੇ ਬੱਚੇ ਵੀ ਪੜ੍ਹਾਏ ਆ, ਬਹੁਤ ਸਾਰੀ ਉਹਨਾਂ ਨੇ ਪਰਿਵਾਰਾਂ ਦੀ ਸੇਵਾ ਕੀਤੀ ਆ। ਜੋ ਵੀ ਉਹਨਾਂ ਵੱਲੋਂ ਸੇਵਾ ਆਈ ਆ ਉਹਨਾਂ ਦੇ ਅਸੀਂ ਬੇਹੱਦ ਸ਼ੁਕਰਗੁਜ਼ਾਰ ਹਾਂ। ਤੇ ਇੱਥੇ ਪੁਲਿਸ ਵਾਲਿਆਂ ਦਾ ਰਵੱਈਆ ਜਿਸ ਤਰ੍ਹਾਂ ਮਤਲਬ ਤੁਹਾਡੇ ਮਤਲਬ ਸੱਸ ਸਹੁਰੇ ਨੂੰ ਵੀ ਸ਼ਹੀਦ ਕਰ ਦਿੱਤਾ ਇਹਨਾਂ ਨੇ, ਤੇ ਕਿੰਨਾ ਉਹਨਾਂ 'ਤੇ ਤਸ਼ੱਦਦ ਸਿਆ ਵਾ, ਕੀ ਕੁਝ ਉਹਨਾਂ ਨਾਲ ਹੋਇਆ ਬੀਤਿਆ। ਕਦੀ ਤੁਹਾਨੂੰ ਵੀ ਕਿਸ ਤਰ੍ਹਾਂ ਫੜ ਕੇ ਕਿਤੇ ਖੜਿਆ ਪੁਲਿਸ ਨੇ? ਨਹੀਂ ਜੀ, ਮੈਨੂੰ ਨਹੀਂ ਕਿਤੇ ਵੀ ਫੜ ਕੇ ਖੜਿਆ ਉਹਨਾਂ ਨੇ। ਘਰੇ ਆਣ ਕੇ 8-8 10-10 ਜਣੇ ਪੁਲਿਸ ਵਾਲੇ ਧਮਕੀਆਂ ਦਿੰਦੇ ਸੀਗੇ, ਬਾਕੀ ਤੁਹਾਡਾ ਪਰਿਵਾਰ ਚਲੇ ਗਿਆ ਤੇ ਤੁਸੀਂ ਕਿਉਂ ਨਹੀਂ ਘਰੋਂ ਜਾਂਦੇ। ਤੇ ਮੈਂ ਕਹਿੰਦੀ ਹਾਂ ਕਿ ਘਰ ਭਰਿਆ ਛੱਡ ਕੇ ਮੈਂ ਨਹੀਂ ਜਾ ਸਕਦੀ, ਮੇਰੇ ਬੱਚੇ ਛੋਟੇ ਆ, ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂ। ਮਾਲ ਡੰਗਰ 10-20 ਡੰਗਰ ਸੀ ਤੇ ਉਹਨਾਂ ਨੂੰ ਛੱਡ ਕੇ ਮੈਂ ਨਹੀਂ ਜਾ ਸਕਦੀ। ਤੇ ਪੁੱਛ ਕੇ 2-2 3-3 ਟਾਈਮ ਆਉਂਦੀਆਂ ਸੀ ਪੁਲਿਸ ਦੀਆਂ ਗੱਡੀਆਂ, ਮੇਰੇ ਘੇਰੇ ਖਲੋ ਕੇ ਮੈਨੂੰ ਦਬਕੇ ਵੀ ਮਾਰਦੇ ਰਹੇ, ਕਹਿੰਦੇ ਵੀ ਰਹਿ ਕੇ ਉੱਠ ਕੇ ਚੱਲੋ ਨਾਲ। ਜੇ ਮੈਂ ਤੁਰ ਵੀ ਪੈਂਦੀ ਹਾਂ ਫਿਰ ਉਹ ਕਹਿ ਦਿੰਦੇ ਸੀ ਨਹੀਂ ਤੁਸੀਂ ਆਪਣੇ ਬੱਚੇ ਪਾਲੋ, ਨਹੀਂ ਤੁਹਾਨੂੰ ਨਹੀਂ ਖੜਨਾ, ਤੁਹਾਡੇ ਬੱਚੇ ਛੋਟੇ ਆ। ਤੇ ਇਸ ਤਰ੍ਹਾਂ ਧਮਕੀਆਂ ਵੈਸੇ ਦਿੰਦੇ ਵੀ ਰਹੇ ਆ, ਤੇ ਪਰ ਖੜਿਆ ਨਹੀਂ ਸੀ ਮੈਨੂੰ, ਮੈਂ ਐਵੇਂ ਆਖਾਂ। ਹਾਂਜੀ। ਅੱਛਾ, ਇਹ ਤੁਹਾਡੇ ਇਸ ਘਰ ਨੂੰ ਪੁਲਿਸ ਦੀ ਕਸਟਡੀ 'ਚੋਂ ਛਡਾਉਣ ਦੇ ਵਿੱਚ MLA ਹਰਮਿੰਦਰ ਸਿੰਘ ਗਿੱਲ ਜੀ ਦਾ ਵੀ ਕੋਈ ਹੈ ਵਿੱਚ ਯੋਗਦਾਨ? ਨਹੀਂ ਜੀ, ਆਏ ਹੈਗੇ ਸੀ ਪੁੱਛਣ, ਤੇ ਪਰ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ, ਨਾ ਕੋਈ ਹਿਰਖ ਮਹਿਸੂਸ ਕੀਤਾ। ਬਸ ਉਹਨਾਂ ਇਹੋ ਕਿਹਾ ਕਿ ਭੈਣ ਜੀ ਉਹਨਾਂ ਨੂੰ ਛੱਡਿਆ ਕਿ ਨਹੀਂ ਛੱਡਿਆ। ਤੇ ਮੈਂ ਕਿਹਾ ਵੀ ਤੁਹਾਨੂੰ ਵੀ ਪਤਾ ਨਹੀਂ ਛੱਡਿਆ ਉਹਨਾਂ ਨੂੰ, ਜੇ ਛੱਡੇ ਹੁੰਦੇ ਤੇ ਤੁਹਾਨੂੰ ਵੀ ਪਤਾ। ਇਹ ਅਫਸੋਸ ਕਰਨ ਆਏ ਨੇ ਤੁਹਾਡੇ ਘਰ ਭਾਈ ਹਰਮਿੰਦਰ ਸਿੰਘ ਗਿੱਲ? ਹਾਂਜੀ 10 ਮਿੰਟ ਬੈਠੇ ਮੇਰੇ ਕੋਲ, ਤੇ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਕੀਤੀਆਂ, ਪੁੱਛਿਆ ਮੈਨੂੰ, ਤੇ ਬਾਕੀ ਹੋਰ ਬਸ ਬਾਅਦ ਵਿੱਚ ਚਲੇ ਗਏ। ਉਹਨਾਂ ਨੇ ਹੋਰ ਬਾਅਦ ਵਿੱਚ ਮਿਲੇ ਹੀ ਨਹੀਂ ਗਏ, ਤੇ ਨਾ ਕੋਈ ਹੋਰ ਗੱਲਬਾਤ ਕੀਤੀ ਹੈ। ਸਾਡੀ ਜਾਣਕਾਰੀ ਦੇ ਮੁਤਾਬਕ ਮੈਂ ਕਲੀਅਰ ਕਰਦਿਆਂ, ਕਈ ਵਾਰੀ ਘਰ ਦੀਆਂ ਔਰਤਾਂ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਨਹੀਂ ਹੁੰਦੀ, ਪਰ ਜੋ ਸਾਨੂੰ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ ਕਿਤੇ ਨਾ ਕਿਤੇ ਬੜੀ ਪੋਜ਼ਿਟਿਵ ਭੂਮਿਕਾ ਰਹੀ ਆ ਸਰਦਾਰ ਹਰਮਿੰਦਰ ਸਿੰਘ ਜੀ ਗਿੱਲ MLA ਸਾਹਿਬ ਦੀ ਇਸ ਘਰ ਨੂੰ ਪੁਲਿਸ ਹਿਰਾਸਤ ਦੇ ਵਿੱਚੋਂ ਛਡਾਉਣ ਦੇ ਵਿੱਚ। ਇੱਕ ਤੇ ਪਰਿਵਾਰਕ ਮੈਂਬਰ ਸ਼ਹੀਦ ਕਰ ਦਿੱਤੇ, ਤੇ 29 ਸਾਲ ਇਸ ਘਰ ਦੇ ਉੱਤੇ ਪੁਲਿਸ ਦਾ ਕਬਜ਼ਾ ਰਿਹਾ। ਇੱਥੇ ਕੀ ਕਹਿਰ ਹੁੰਦੇ ਰਹੇ ਨੇ ਜਦੋਂ ਪੁਲਿਸ ਦੀ ਚੌਂਕੀ ਸੀ ਇੱਥੇ, ਇਸ ਚਾਰ ਦੀਵਾਰੀ 'ਚ ਕੀ ਹੋਇਆ। ਈਵਨ ਕਿ 2 ਤੇ ਥਾਣੇਦਾਰ ਵੀ ਮਰੇ ਨੇ ਇੱਥੇ। ਜਿਸ ਕਮਰੇ 'ਚ ਮਰੇ ਨੇ ਤੁਹਾਨੂੰ ਉਹ ਕਮਰਾ ਵੀ ਵਿਖਾਵਾਂਗੇ ਕਿ ਆਪੋ 'ਚ ਹੀ ਗੋਲੀ ਮਾਰ ਕੇ ਮਰ ਗਏ ਸੀ 2 ASI। ਤੇ ਕਿਉਂਕਿ ਕਿਤੇ ਨਾ ਕਿਤੇ ਕੁਦਰਤ ਵੀ ਇਨਸਾਫ ਕਰਦੀ ਆ। ਪਤਾ ਲੱਗਾ ਕਿ ਬੜੇ ਜ਼ੁਲਮ ਕੀਤੇ ਸੀਗੇ ਉਹਨਾਂ ਹੀ ਥਾਣੇਦਾਰਾਂ ਨੇ ਸ਼ਹੀਦ ਭਾਈ ਨਿਰਵੈਲ ਸਿੰਘ ਜੀ ਜਾਂ ਸ਼ਹੀਦ ਭਾਈ ਗੁਰਬਚਨ ਸਿੰਘ ਜੀ ਮਾਨੋਚਾਲ ਦੀ ਮਾਤਾ ਜੀ ਤੇ ਪਿਤਾ ਜੀ ਦੇ ਉੱਤੇ। ਤੇ ਇੱਕ ਦਿਨ ਫਿਰ ਐਸਾ ਮਤਲਬ ਜਦੋਂ ਜਥੇਦਾਰ ਮਾਨੋਚਾਲ ਸ਼ਹੀਦ ਹੁੰਦੇ ਨੇ 1993 ਦੇ ਵਿੱਚ, ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਉਹ ਦੋਵੇਂ ਥਾਣੇਦਾਰ ਜਿਹੜੇ ਆ ਇਸੇ ਘਰ ਦੇ ਵਿੱਚ ਆਪੋ 'ਚ ਹੀ ਗੋਲੀਆਂ ਮਾਰ ਕੇ ਜਿਹੜੇ ਆ ਉਹ ਖਤਮ ਹੋ ਜਾਂਦੇ ਆ। ਤੇ ਕਿਤੇ ਨਾ ਕਿਤੇ ਕੁਦਰਤ ਵੀ ਇਨਸਾਫ ਜਿਹੜਾ ਉਹ ਕਰਦੀ ਆ, ਕਿਤੇ ਨਾ ਕਿਤੇ ਕੀ ਕਰਦੀ ਆ ਇਨਸਾਫ। ਉਹ ਕਈ ਵਾਰੀ ਉਹਦਾ ਅਹਿਸਾਸ ਹੁੰਦਾ ਕਿਸੇ ਬੰਦੇ ਨੂੰ ਤੇ ਕਈ ਵਾਰੀ ਉਹ ਨਹੀਂ ਹੁੰਦਾ, ਪਰ ਕੁਦਰਤ ਇਨਸਾਫ ਜ਼ਰੂਰ ਕਰਦੀ ਆ। ਉਸ ਅਕਾਲ ਪੁਰਖ ਦੀ ਚੱਕੀ ਚੱਲਦੀ ਬੜੀ ਸਲੋ ਆ, ਪੀਂਦੀ ਬੜਾ ਬਰੀਕ ਆ। ਪਰ ਇਤਿਹਾਸ ਗਵਾਹ ਕਿ ਅਕਸਰ ਕਿਹਾ ਜਾਂਦਾ ਕਿ ਮੌਜੂਦਾ ਸੰਘਰਸ਼ ਦੇ ਵਿੱਚ ਜੇ ਪੁਰਾਣੇ ਇਤਿਹਾਸ ਦੀ ਗੱਲ ਕਰ ਲਈਏ ਤੇ ਭਾਈ ਮਨੀ ਸਿੰਘ ਜੀ ਦੇ ਪਤਾ ਲੱਗਾ ਕਿ 52 ਜੀ ਜਿਹੜੇ ਆ ਸ਼ਹੀਦ ਹੋਏ ਸੀਗੇ ਉਦੋਂ ਮੁਗਲਾਂ ਨਾਲ ਜੰਗਾਂ ਯੁੱਧਾਂ ਦੇ ਵਿੱਚ, ਤੇ ਉਹਨਾਂ 'ਤੇ ਤਸ਼ੱਦਦ ਕਰਕੇ ਸ਼ਹੀਦ ਉਹਨਾਂ ਨੂੰ ਕੀਤਾ ਸੀ। ਤੇ ਮੌਜੂਦਾ ਸੰਘਰਸ਼ ਦੇ ਵਿੱਚ ਸਭ ਤੋਂ ਵੱਧ
ਪਰਿਵਾਰਕ ਮੈਂਬਰ ਰਿਸ਼ਤੇਦਾਰ ਭੈਣ ਭਰਾ ਜਿਹੜੇ ਆ ਉਹ ਸ਼ਹੀਦ ਹੋਏ ਨੇ ਤੇ ਉਹ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ ਜਿਹੜੇ ਆ ਜੀ ਸ਼ਹੀਦ ਹੋਏ ਆ ਤੇ ਮਾਤਾ ਪਿਤਾ ਸ਼ਹੀਦ ਕਰ ਦਿੱਤੇ। ਕਿੰਨੇ ਭਰਾ ਸ਼ਹੀਦ ਇਹਨਾਂ ਦੇ ਕੀਤੇ ਜਥੇਦਾਰ ਮਾਨੋਚਾਲ ਦੇ ਜੀ? ਇਹਨਾਂ ਦੇ ਇਹ ਦੋਵੇਂ ਭਰਾ ਦੇ ਇਹਨਾਂ ਦਾ ਮਾਤਾ ਪਿਤਾ 4 ਮੈਂਬਰ ਘਰ ਦੇ ਸ਼ਹੀਦ ਕੀਤੇ ਜੀ। 4 ਮੈਂਬਰ ਤੇ ਇਹ ਘਰ ਦੇ ਹੀ ਗਏ, ਬਾਕੀ ਕੁਝ ਹੋਰ ਰਿਸ਼ਤੇਦਾਰਾਂ 'ਚ ਪਤਾ ਲੱਗਾ ਕਿ 22 ਮੈਂਬਰ ਸ਼ਹੀਦ ਨੇ ਤੁਹਾਡੇ। ਹਾਂਜੀ ਹਾਂਜੀ 22 ਮੈਂਬਰ ਸ਼ਹੀਦ ਆ ਸਾਡੇ ਰਿਸ਼ਤੇਦਾਰ, ਕੁਝ ਸਾਡੇ ਲਾਗੇ ਚਾਚਿਆਂ ਤਾਇਆਂ ਦੇ ਵੀ ਤੇ ਕੁਝ ਰਿਸ਼ਤੇਦਾਰ ਨੇੜੇ ਦੇ ਰਿਸ਼ਤੇਦਾਰ ਵੀ, ਚਾਚੇ ਤਾਇਆਂ ਦੇ ਵਿੱਚ ਸ਼ਰੀਕਾ ਬਰਾਦਰੀ ਦੇ ਵਿੱਚ ਕੁੱਲ 22 ਜੀ। 22 ਜੀ ਸ਼ਹੀਦ ਕੀਤੇ ਇਹਨਾਂ ਦੇ ਤੇ ਘਰ ਦੇ 4 ਮੈਂਬਰ ਆਏ। ਇਹਨਾਂ ਦੇ ਮਾਤਾ ਪਿਤਾ ਦੇ ਦੋਵੇਂ ਭਰਾ ਏ ਵੱਡੇ ਦੋਵੇਂ ਸ਼ਹੀਦ ਕੀਤੇ ਗਏ ਜੀ। ਖਾੜਕੂਆਂ ਦੇ ਉੱਤੇ ਤੋਹਮਤਬਾਜ਼ੀ ਲਾਉਣੀ, ਉਹਨਾਂ ਨੂੰ ਡਾਕੂ ਲੁਟੇਰੇ ਕਾਤਲ ਕਹਿ ਦੇਣਾ, ਇਹ ਸਾਡੇ ਵਿਰੋਧੀਆਂ ਦੇ ਹਿੱਸੇ ਆਇਆ। ਉਹ ਅਕਸਰ ਇਹ ਗੱਲਾਂ ਕਰਦੇ ਨੇ, ਪਰ ਜਿਨ੍ਹਾਂ ਨੇ ਇਸ ਕੌਮ ਦੀ ਸੇਵਾ ਦੇ ਵਿੱਚ ਪੈਰ ਪਾਇਆ ਨਾ, ਕਦੀ ਕਿਤੇ ਉਹਨਾਂ ਦੇ ਘਰਾਂ ਦੇ ਵਿੱਚ ਆਣ ਕੇ ਵੇਖੋ ਕਿਵੇਂ ਉਹਨਾਂ ਦੇ ਚੁੱਲ੍ਹਿਆਂ 'ਚ ਵੀ ਘਾਹ ਉੱਗੇ ਰਹੇ, ਕਿਵੇਂ 29 ਸਾਲ ਤੱਕ ਪੁਲਿਸ ਵੱਲੋਂ ਨਜਾਇਜ਼ ਕਬਜ਼ਾ, ਇਹ ਵੀ ਇੱਕ ਵੱਖਰਾ ਕਿਸਮ ਦਾ ਧੱਕਾ ਸੀ, ਜ਼ਿਆਦਤੀ ਸੀ ਮਾਨੋਚਾਲ ਪਰਿਵਾਰ ਦੇ ਨਾਲ ਕਿ ਉਹਨਾਂ ਦੀ ਇਸ ਘਰ ਦੇ ਉੱਤੇ 29 ਸਾਲ ਨਜਾਇਜ਼ ਕਾਬਜ਼ ਰਹੀ ਆ ਪੁਲਿਸ। ਕਿ ਕਿੰਨਾ ਚਿਰ ਲੱਗ ਗਿਆ ਪਤਾ ਨਹੀਂ। ਸਾਡੇ ਜੁਡੀਸ਼ਰੀ ਸਿਸਟਮ ਵੀ ਜਿਹੜੇ ਆ ਬੜੇ ਸਲੋ ਚੱਲਦੇ ਆ ਤੇ ਅੱਜ ਵੀ ਤੁਸੀਂ ਵੇਖ ਰਹੇ ਹੋ ਕਿ 30 32 ਸਾਲ ਹੋ ਗਏ ਨੇ ਸਾਡੇ ਬੰਦੀ ਸਿੰਘਾਂ ਨੂੰ ਤੇ ਆਪਣੀਆਂ ਬਣਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਨੇ ਤਾਂ ਵੀ ਰਿਹਾਈ ਨਹੀਂ ਮਿਲਦੀ। ਇਹ ਜਿਹੜਾ ਇਸ ਤਰ੍ਹਾਂ ਦੇ ਕੰਮ ਨੇ, ਜਿਹੜਾ ਇਸ ਤਰ੍ਹਾਂ ਦੇ ਕਾਨੂੰਨ ਨੇ, ਕਿਤੇ ਨਾ ਕਿਤੇ ਸਿੱਖ ਕੌਮ ਨੂੰ ਜਦੋਂ ਦੂਸਰੇ ਦਰਜੇ ਦੇ ਸ਼ਹਿਰੀ ਦਾ ਅਹਿਸਾਸ ਕਰਾਉਂਦੀ ਆ ਤੇ ਫਿਰ ਬਗਾਵਤ ਜਿਹੜੀ ਆ ਉਹ ਆਪਣੇ ਆਪ ਹੀ ਉਪਜਦੀ ਆ। ਜਦੋਂ ਤੁਸੀਂ ਸਾਨੂੰ ਆਪਣੀ ਗੱਲ ਵਕੜੀ 'ਚ ਲੈ ਕੇ ਇਹ ਅਹਿਸਾਸ ਕਰਾਓਗੇ ਕਿ ਇਹ ਤੁਹਾਡਾ ਮੁਲਕ ਆ, ਇਹ ਤੁਹਾਡਾ ਆਪਣਾ ਵਾ, ਜਾਤੀ ਧੱਕੇਸ਼ਾਹੀ ਨਾ ਕਰੋਗੇ, ਕਿਉਂਕਿ 90% ਕੁਰਬਾਨੀਆਂ ਕੀਤੀਆਂ ਨੇ ਪੰਜਾਬੀਆਂ ਨੇ, ਖਾਸ ਕਰਕੇ ਸਿੱਖ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਔਰ ਮੈਂ ਇਹ ਗੱਲ ਇੱਕ ਵਾਰੀ ਨਹੀਂ, ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਧਰਮ ਯੁੱਧ ਮੋਰਚਾ ਲੱਗਾ ਸੀ ਤੇ ਪਹਿਲਾਂ ਅਕਾਲੀ ਦਲ ਵੱਲੋਂ, ਉਸ ਤੋਂ ਬਾਅਦ ਸੰਤ ਜੀ ਵੀ ਉਸ ਦੀ ਅਗਵਾਈ ਕਰਦੇ ਰਹੇ ਨੇ ਤੇ ਉਹ ਭਾਰਤੀ ਸੰਵਿਧਾਨ ਦੇ ਦਾਇਰੇ 'ਚ ਸੀ, ਕਿਤੇ ਅਲੱਗ ਨੇਸ਼ਨ ਦੀ ਗੱਲ ਨਹੀਂ ਸੀ ਉਸ ਵਕਤ ਤੱਕ ਕਦੀ ਹੋਈ। ਹਾਂ, ਇਹ ਗੱਲ ਜ਼ਰੂਰ ਕਹੀ ਸੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕਿ ਅਗਰ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਫੌਜ ਭੇਜਣ ਦੀ ਗਲਤੀ ਕੀਤੀ ਤੇ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਜਿਹੜੀ ਕਿ ਜੂਨ 1984 ਦੇ ਵਿੱਚ ਰੱਖੀ ਗਈ ਆ। ਸਮੇਂ ਨਾਲ ਵਕਤ ਲੱਗੇਗਾ, ਇਹ ਜਦੋਂ ਜਿਹੜੀ ਚੀਜ਼ ਦੀ ਨੀਂਹ ਰੱਖੀ ਜਾਏ ਫਿਰ ਉਹ ਕਦੀ ਉਹਦੀ ਉਸਾਰੀ ਮੁਕੰਮਲ ਜ਼ਰੂਰ ਹੁੰਦੀ ਆ। ਪਰ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਨਾਲ ਇੰਨੀਆਂ ਜ਼ਿਆਦਤੀਆਂ, ਇੰਨੇ ਧੱਕੇਸ਼ਾਹੀਆਂ, ਇੰਨੇ ਤਸ਼ੱਦਦ, ਬਾਰ-ਬਾਰ ਫੜ ਕੇ ਅੰਦਰ ਦੇ ਦੇਣਾ, ਬਾਰ-ਬਾਰ, ਕਿਉਂਕਿ ਇਹ ਗੱਲ ਸੱਚੀ ਹੈ ਕਿ ਇੱਕ ਦੋ ਨਹੀਂ ਬਲਕਿ ਦਰਜਨਾਂ ਮੁਕਾਬਲਿਆਂ ਦੇ ਵਿੱਚੋਂ ਪੁਲਿਸ ਤੇ CRP ਦਾ ਨੁਕਸਾਨ ਕਰਕੇ ਅਕਸਰ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਨਿਕਲ ਜਾਂਦੇ ਸੀਗੇ। ਔਰ ਉਹ ਤਕਲੀਫ ਹੁੰਦੀ ਸੀ ਉਸ ਵਕਤ ਦੀ ਪੁਲਿਸ ਨੂੰ, ਪੁਲਿਸ ਅਫਸਰਾਂ ਨੂੰ, ਤੇ ਉਹਨਾਂ ਗੁੱਸੇ ਦੇ ਵਿੱਚ ਹੀ ਇਹਨਾਂ ਦੇ ਇੰਨੇ ਪਰਿਵਾਰਕ ਮੈਂਬਰ ਸ਼ਹੀਦ ਕੀਤੇ। ਔਰ ਇਹ ਗੱਲ ਦੱਸਣ ਦੇ ਲਈ ਵੀ ਸਭ ਤੋਂ ਵੱਡਾ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ, ਜਿਨ੍ਹਾਂ ਨੂੰ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਦੀ ਵੀ ਸੇਵਾ ਮਿਲ ਗਈ ਸੀ, ਉਹਨਾਂ ਦੇ ਘਰ 'ਤੇ ਕਬਜ਼ਾ ਕਰਕੇ ਆਪਣੇ ਆਪ ਨੂੰ ਹਾਵੀ ਤੇ ਜੇਤੂ ਦਰਸਾਉਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਦੇ ਕੁਝ ਪੁਲਿਸ ਅਫਸਰਾਂ ਨੇ, ਪਰ ਵਕਤ ਨਾਲ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਆਪ ਵੀ ਉਹ ਮਰੇ ਕੁੱਤੇ ਦੀ ਮੌਤ, ਤੇ ਕੁਝ ਜਿਹੜੇ ਆ ਮੌਤ ਦਾ ਇੰਤਜ਼ਾਰ ਕਰਨ ਰਹੇ ਨੇ, ਰੁਲਣ ਰਹੇ ਨੇ ਮੰਜੀਆਂ ਦੇ ਉੱਤੇ ਬੈਠੇ, ਜਿਨ੍ਹਾਂ ਨੇ ਇਹਨਾਂ ਪਰਿਵਾਰਾਂ ਨਾਲ ਜ਼ਿਆਦਤੀਆਂ ਕੀਤੀਆਂ। ਪਤਾ ਲੱਗਾ ਕਿ ਜਿਹੜੇ 2 ਥਾਣੇਦਾਰ ਇੱਥੇ ਮਰ ਗਏ ਸੀ ਆਪੋ 'ਚ ਗੋਲੀਆਂ ਮਾਰ ਕੇ, ਉਹਨਾਂ ਨੇ ਮਾਤਾ ਜੀ 'ਤੇ ਬਹੁਤ ਜ਼ੁਲਮ ਕੀਤੇ ਸੀ, ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਜੀ ਦੀ ਮਾਤਾ ਜੀ ਤੇ ਉਹਨਾਂ ਦੇ ਪਿਤਾ ਜੀ ਦੇ ਉੱਤੇ, ਤੇ ਕੁਦਰਤ ਨੇ ਉਹਨਾਂ ਨਾਲ ਵੀ ਇਨਸਾਫ ਕਰ ਦਿੱਤਾ। ਬਹੁਤ ਲੰਮੀ ਦਾਸਤਾਨ ਹੈ ਜੀ ਮਾਨੋਚਾਲ ਪਰਿਵਾਰ ਦੀ, ਤੇ ਇਕੱਲੇ ਮਾਤਾ ਜੀ ਨਾਲ ਗੱਲ ਕੀਤਿਆਂ ਗੱਲ ਸਿਰੇ ਨਹੀਂ ਚੜ੍ਹਨੀ। ਤੇ ਮਾਤਾ ਜੀ, ਇੱਕ ਤਾਂ ਮਾफ़ੀ ਚਾਹੁੰਦੇ ਹਾਂ ਕਿ ਅਸੀਂ ਬੜੀ ਦੇਰ ਬਾਅਦ ਤੁਹਾਡੇ ਘਰ ਪਹੁੰਚੇ ਹਾਂ, ਕਿਉਂਕਿ ਸਾਡੀ ਡਿਊਟੀ ਜਿਹੜੀ ਸਤਿਗੁਰੂ ਨੇ ਲਾਈ ਆ, ਪਹਿਲਾਂ ਅਸੀਂ ਮਿਲੇ ਵੀ ਹਾਂ ਭਾਈ ਤਰਲੋਚਨ ਸਿੰਘ ਹੋਣਾ ਨੂੰ, ਤੁਹਾਡੇ ਹੀ ਉਹ ਪਰਿਵਾਰਕ ਮੈਂਬਰ ਨੇ, ਤੇ ਕਿਤੇ ਨਾ ਕਿਤੇ ਸੰਗਤ ਦੀਆਂ ਨਜ਼ਰਾਂ 'ਚ ਵੱਖ-ਵੱਖ ਚੈਨਲਾਂ 'ਤੇ ਤੁਹਾਡਾ ਚਰਚਾ ਹੁੰਦਾ ਰਿਹਾ, ਪਰ ਸਾਨੂੰ ਅੱਜ ਹੁਕਮ ਹੋਇਆ ਸੀ ਤੇ ਅੱਜ ਅਸੀਂ ਤੁਹਾਡੇ ਤੱਕ ਪਹੁੰਚੇ ਹਾਂ। ਤੇ ਇੱਕ ਛੋਟੀ ਜੀ ਭੇਟਾ
15,000 ਰੁਪਏ ਦੀ ਅਸੀਂ, ਕਿਉਂਕਿ ਸਾਨੂੰ ਹੁਕਮ ਆ ਸਾਡੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਕਿ ਜਦੋਂ ਵੀ ਕਿਸੇ ਸ਼ਹੀਦ ਸਿੰਘ ਦੇ ਘਰ ਜਾਣਾ ਤੇ ਖਾਲੀ ਹੱਥ ਨਹੀਂ ਜਾਣਾ, ਤੇ ਇਹ ਛੋਟੀ ਜੀ 15,000 ਰੁਪਏ ਦੀ ਭੇਟਾ ਤੁਸੀਂ ਪ੍ਰਵਾਨ ਕਰਨੀ ਆ। ਉਸ ਤੋਂ ਬਾਅਦ ਸਾਧ ਸੰਗਤ ਜੀ ਬਹੁਤ ਸਾਰੀਆਂ ਗੱਲਾਂ ਨੇ। ਬੀਬੀ ਕੁਲਦੀਪ ਕੌਰ ਜੀ ਜੋ ਕਿ ਧਰਮ ਪਤਨੀ ਨੇ ਸ਼ਹੀਦ ਭਾਈ ਨਿਰਵੈਲ ਸਿੰਘ ਜੀ ਦੇ, ਡਿਪਰੈਸ਼ਨ ਦੇ ਸ਼ਿਕਾਰ ਰਹੇ ਨੇ ਬੜਾ ਚਿਰ। ਕਈ ਚੀਜ਼ਾਂ ਜਿਹੜੀਆਂ ਜੇਨ 'ਚੋਂ ਵਿਸਰ ਜਾਂਦੀਆਂ ਨੇ, ਪਤਾ ਨਹੀਂ ਲੱਗਦਾ। ਹੋਰ ਅਸੀਂ ਇਹਨਾਂ ਦੇ ਬੱਚਿਆਂ ਨਾਲ ਵੀ ਗੱਲ ਕਰਾਂਗੇ। ਇਹਨਾਂ ਦਾ ਫੋਨ ਨੰਬਰ ਹੈ ਜੀ 87 35720। ਸਕਰੀਨ ਦੇ ਥੱਲੇ ਵੀ ਤੁਸੀਂ ਨੰਬਰ ਚੱਲਦਾ ਵੇਖ ਰਹੇ ਹੋ, 8728835720। ਇਹ ਹੈ ਜੀ ਸ਼ਹੀਦ ਭਾਈ ਨਿਰਵੈਲ ਸਿੰਘ ਜੀ ਦੇ ਪਰਿਵਾਰ ਦਾ ਜਿਹੜਾ ਫੋਨ ਨੰਬਰ ਆ। ਇਸ ਨੰਬਰ ਦੇ ਉੱਤੇ ਜਿਹੜਾ ਵੀ ਗੁਰਮੁਖ ਪਿਆਰਾ ਸਮਝਦਾ ਹੈ ਕਿ ਇਸ ਮਹਾਨ ਸ਼ਹੀਦੀ ਪਰਿਵਾਰ ਦੀ ਜਿਹੜੀ ਗੱਲ ਆ ਜਾਂ ਇਹਨਾਂ ਦੀ ਕੋਈ ਸੇਵਾ, ਉਹਨਾਂ ਦੇ ਮਨ 'ਚ ਕੋਈ ਸ਼ਰਧਾ ਵਾ, ਕੋਈ ਪ੍ਰੇਮ ਆ, ਤੇ ਇਸ ਨੰਬਰ ਦੇ ਉੱਤੇ ਤੁਸੀਂ ਫੋਨ ਕਰਕੇ ਡਾਇਰੈਕਟ ਸਿੱਧਾ ਹੀ ਪਰਿਵਾਰ ਨੂੰ ਤੁਸੀਂ ਸੇਵਾ ਭੇਜਣੀ ਆ। ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਕ ਵਾਰੀ ਸੰਗਤ ਦੇ ਸਨਮੁਖ ਪਰਿਵਾਰਾਂ ਦੀ ਦਾਸਤਾਂ ਕਰ ਦਿੰਦੇ ਹਾਂ, ਮੁੜ ਕੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਡਾਇਰੈਕਟ ਜਿਹੜਾ ਵਾ ਪਰਿਵਾਰ ਨੂੰ ਹੀ ਸੇਵਾ ਭੇਜੀ ਜਾਵੇ। ਤੇ ਅਸੀਂ ਬੇਹੱਦ ਸ਼ੁਕਰਗੁਜ਼ਾਰ ਹੋਵਾਂਗੇ ਆਪ ਸਭ ਸੰਗਤਾਂ ਦੇ। ਵੱਡਾ ਕੁਰਬਾਨੀ ਵਾਲਾ ਪਰਿਵਾਰ ਹੈ ਤੇ ਬਹੁਤ ਜ਼ਿਆਦਾ ਤਸ਼ੱਦਦ ਸਿਆ ਸਮੇਂ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਦੇ ਵਿੱਚ ਇਹ ਪਛੜ ਗਏ ਨੇ। ਬੱਚਿਆਂ ਦੀਆਂ ਪੜ੍ਹਾਈਆਂ ਮੈਂ ਫਿਰ ਵੀ ਭੈਣ ਜੀ ਕੁਲਦੀਪ ਕੌਰ ਦੇ ਪੇਕਿਆਂ ਨੇ ਬੜਾ ਅੱਛਾ ਫਰਜ਼ ਨਿਭਾਏ ਨੇ, ਪਰ ਫਿਰ ਵੀ ਮੈਂ ਸਮਝਣਾ ਕਿ ਜੇ ਅਜੇ ਹੋਰ ਬੱਚੇ ਪੜ੍ਹ ਸਕਦੇ ਸੀ ਕਾਲਜ ਯੂਨੀਵਰਸਿਟੀ ਤੱਕ, ਤੇ ਉਸ 'ਤੇ ਨਹੀਂ ਉਹ ਕਰ ਸਕੇ। ਪਰ ਫਿਰ ਵੀ ਅੱਜ ਵੀ ਜੇ ਅਸੀਂ ਇਸ ਪਰਿਵਾਰ ਦੇ ਲਈ ਕੁਝ ਬਿਹਤਰ ਕਰਨ ਦੇ ਲਈ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ, ਜ਼ਰੂਰ ਪਾਈਏ। ਬਹੁਤ ਮਿਹਰਬਾਨੀ ਸਾਧ ਸੰਗਤ ਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਸਾਡੇ ਨਾਲ ਹੈ ਜੀ ਭਾਈ ਅੰਮ੍ਰਿਤਪਾਲ ਸਿੰਘ, ਜਿਹੜੇ ਕਿ ਸ਼ਹੀਦ ਭਾਈ ਨਿਰਵੈਲ ਸਿੰਘ ਜੀ ਦੇ ਸਭ ਤੋਂ ਛੋਟੇ ਬੇਟੇ ਆ। ਉਮਰ ਬੜੀ ਛੋਟੀ ਸੀ ਉਦੋਂ, ਪਰ ਕੁਝ ਗੱਲਾਂ ਐਸੀਆਂ ਆਪਣੇ ਚਾਚੇ ਤਾਇਆਂ ਕੋਲੋਂ, ਰਿਸ਼ਤੇਦਾਰਾਂ ਭੈਣ ਭਰਾਵਾਂ ਕੋਲੋਂ, ਮਾਮਿਆਂ ਕੋਲੋਂ ਜਿਹੜੀਆਂ ਸੁਣੀਆਂ ਨੇ ਉਸ ਸਮੇਂ ਦੇ ਦੌਰ ਦੀਆਂ, ਉਹਨਾਂ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਭਾਈ ਅੰਮ੍ਰਿਤਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕਈ ਸਾਲਾਂ ਬਾਅਦ ਪਤਾ ਲੱਗਾ ਹੋਣਾ ਕਿ ਸਾਡੇ ਪਰਿਵਾਰ ਨਾਲ ਕੀ ਕੁਝ ਹੋਇਆ ਬੀਤਿਆ, ਤੇ ਕੀ ਕੁਝ ਸੁਣਿਆ ਵੇਖਿਆ, ਇਸ ਜਹਿਦ ਬਾਰੇ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਆ? ਹਾਂਜੀ, ਜਦੋਂ ਸਾਡੇ ਘਰ ਤੇ ਕਬਜ਼ਾ ਆਇਆ ਜਾਂ ਮੇਰੇ ਪਿਤਾ ਜੀ ਦੀ ਡੈਥ ਹੋਈ, ਸ਼ਹੀਦ ਕਰਤਾ ਪੁਲਿਸ ਨੇ ਝੂਠਾ ਮੁਕਾਬਲਾ ਬਣਾ ਕੇ, ਉਦੋਂ ਮੇਰੀ 10 ਮਹੀਨੇ ਦੀ ਏਜ ਸੀਗੀ। ਉਦੋਂ ਨਾਲ ਮੈਨੂੰ ਕੋਈ ਪਤਾ ਨਹੀਂ। ਉਸ ਤੋਂ ਬਾਅਦ ਅਸੀਂ ਆਪਣੇ ਨਾਨਕੇ ਘਰ ਰਹੇ ਹਾਂ, ਤੇ ਨਾਨਕਿਆਂ ਨੇ ਵੀ ਚਲੋ ਪਾਲਣ ਪੋਸ਼ਣ ਕੀਤਾ ਥੋੜ੍ਹਾ ਬਹੁਤਾ। 3 ਕੁ ਸਾਲ ਅਸੀਂ ਉੱਥੇ ਰਹੇ। ਉਸ ਤੋਂ ਬਾਅਦ ਅਸੀਂ ਆਪਣੇ ਘਰ ਪਿੰਡ ਮਾਣੂਚਾ ਲਾ ਕੇ ਚਾਚਾ ਜੀ ਨਹੀਂ ਲਏ। ਉਸ ਤੋਂ ਬਾਅਦ ਹੌਲੀ ਹੌਲੀ ਸਾਨੂੰ ਮਤਲਬ ਕਿ ਪਰਿਵਾਰ ਨੇ ਜਿਹੜੀਆਂ ਵੀ ਗੱਲਾਂ ਦੱਸੀਆਂ ਵੀ ਕੀ ਘਟਨਾ ਵਾਪਰੀ, ਕਿਸ ਤਰ੍ਹਾਂ ਪੁਲਿਸ ਆਉਂਦੀ ਸੀ, ਗੇੜੇ ਕੱਢਦੀ ਸੀ, ਡਰਾ ਧਮਕਾ ਕੇ ਜਾਂਦੀ ਸੀਗੀ। ਇਸ ਤਰ੍ਹਾਂ ਹੀ ਫਿਰ ਘਰ 'ਤੇ ਵੀ ਸਾਡੇ 'ਤੇ ਕਬਜ਼ਾ ਕੀਤਾ ਗਿਆ। ਚਾਚਾ ਜੀ ਉਹਨਾਂ ਨੂੰ ਤਸ਼ੱਦਦ ਕੀਤਾ ਗਿਆ, ਭਾਈ ਤਰਲੋਚਨ ਸਿੰਘ ਉਹਨਾਂ ਨੂੰ, ਆਪਣੇ ਚਾਚਾ ਨਿੰਦਰ ਸਿੰਘ ਜੀ ਹੋਣੀ, ਮੇਰੇ ਵੱਡੇ ਬ੍ਰਦਰ ਸੀਗੇ ਜਿਹੜੇ ਸੁਖਬੀਰ ਸਿੰਘ, ਉਹਨਾਂ ਨੂੰ ਫਿਰ ਉਦੋਂ ਅਨੰਦਪੁਰ ਸਾਹਿਬ ਪੜ੍ਹਨ ਜਾਣਾ ਪਿਆ। ਛੋਟੇ ਸਤਰਾਜ ਸਿੰਘ ਨੂੰ ਨਾਨਕੇ ਉਹਨੇ ਪਾਲਿਆ। ਉਸ ਤੋਂ ਛੋਟਾ ਜਿਹੜਾ ਗੁਰਸ਼ਰਨ ਸਿੰਘ ਸੀਗਾ, ਉਹਦਾ ਆਪਣਾ ਭੂਆ ਜੀ ਉਹਨਾਂ ਨੇ ਫਿਰ ਪਾਲਣ ਪੋਸ਼ਣ ਕੀਤਾ। ਮੈਂ ਸਭ ਤੋਂ ਛੋਟਾ ਹੋਣ ਕਰਕੇ ਮੈਂ ਮਾਤਾ ਜੀ ਕੋਲ ਰਿਹਾ। ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਲੱਗਦਾ ਹੈ ਕਿ ਜਾਂ ਇਕੱਠੇ ਇੱਕ ਵਿਹੜੇ 'ਚ ਇੱਕ ਦੂਸਰੇ ਨਾਲ ਖੇਡਦਿਆਂ, ਅਟਕੇਲੀਆਂ ਕਰਦਿਆਂ, ਸ਼ਰਾਰਤਾਂ ਕਰਦਿਆਂ ਚੌਂ ਭਰਾਵਾਂ ਨੇ ਪੜ੍ਹਨਾ ਸੀ। ਇੱਕ ਭਰਾ ਕਿਤੇ, ਇੱਕ ਕਿਤੇ, ਦੋ ਕਿਤੇ, ਮਤਲਬ ਇਸ ਤਰ੍ਹਾਂ ਬਚਪਨ ਤੇ ਤੁਹਾਡਾ ਇਕੱਠਾ ਬੀਤਿਆ ਹੀ ਨਾ? ਨਹੀਂ, ਬਚਪਨ ਸਾਡਾ ਇਕੱਠਾ ਨਹੀਂ ਬੀਤਿਆ। ਸਹਿਮ 'ਚ ਸਾਰਾ ਬਚਪਨ ਸਾਡਾ ਬੀਤਿਆ ਜੀ। ਠੀਕ ਆ, ਮਤਲਬ ਤੁਸੀਂ ਤੇ ਬੱਚੇ ਸੀਗੇ, ਇੱਕ ਸਹਿਮੀ ਜੀ ਜ਼ਿੰਦਗੀ ਤੁਸੀਂ ਗੁਜ਼ਾਰੀ ਆ। ਉਦੋਂ ਤੇ ਜਿਹੜੇ ਘਰ ਦੇ ਚੰਗੇ ਭਲੇ ਜਿਹੜੇ ਜਵਾਨ ਸੀਗੇ, ਸਮਝਦਾਰ ਸੀ, ਉਹਨਾਂ 'ਤੇ ਵੀ ਸਹਿਮ ਜਿਹਾ ਸੀ ਹਰ ਵਕਤ, ਕਿ ਉਹ ਪਤਾ ਹੀ ਨਹੀਂ ਭਈ ਜਿਸ ਤਰ੍ਹਾਂ ਆ ਸੁਣਨ 'ਚ ਆਇਆ ਵੀ ਇਸ ਘਰ ਦੇ ਉੱਤੇ ਖਾੜਕੂਆਂ, ਸਭ ਤੋਂ ਵੱਡਾ ਮੂਵਮੈਂਟ ਦਾ ਖਾੜਕੂ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਉਸ ਵਕਤ ਅਜੇ ਤੱਕ ਚੜ੍ਹਦੀ ਕਲਾ 'ਚ ਆ। ਔਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਇਸ ਘਰ 'ਤੇ ਗੋਲੀਆਂ ਦੇ ਅਜੇ ਵੀ ਨਿਸ਼ਾਨ ਆ, ਖਾੜਕੂਆਂ ਦੇ ਹਮਲੇ ਦੇ। ਇਹ ਗੱਲ ਤੁਹਾਨੂੰ ਕਿੰਨੇ ਚਿਰ ਬਾਅਦ ਪਤਾ ਲੱਗੀ ਹੋਣੀ ਆ? ਤਕਰੀਬਨ ਮੈਂ 7-8 ਸਾਲ ਦਾ ਜਦੋਂ ਹੋ ਗਿਆ ਸੀਗਾ, ਤੇ ਫਿਰ ਮੈਨੂੰ ਪਰਿਵਾਰ ਵੱਲੋਂ ਦੱਸਿਆ ਗਿਆ ਸਾਰਾ ਕੁਝ। ਤੇ ਪਰ ਲੋਕ ਵੀ ਉਦੋਂ ਕਹਿੰਦੇ ਸੀਗੇ ਸਾਨੂੰ ਵੀ ਤੁਹਾਡੇ ਕੋਲ ਵਾਧੂ ਪੈਸੇ, ਬੋਰੀਆਂ ਨਾ ਪੈਸੇ। ਤੇ ਮਤਲਬ ਇਹ ਗੱਲ ਜਿਹੜੀ ਹੈ ਨਾ, ਬੜਾ ਕਈਆਂ ਖਾੜਕੂਆਂ ਦੇ ਬਾਰੇ ਗਲਤ ਫਹਿਮੀਆਂ ਰਹੀਆਂ ਨੇ
ਵੀ ਉੱਥੇ ਮੈਂ ਇਹ ਵੀ ਵੇਖਿਆ ਵੀ ਕਈਆਂ ਖਾੜਕੂਆਂ ਦੇ ਘਰਾਂ ਦੇ ਵਿੱਚ ਮੈਂ ਇੱਕ ਸ਼ਹੀਦ ਸਿੰਘ ਪਰਿਵਾਰ ਦੇ ਘਰ 'ਚ ਗਿਆ ਸਾਂ। ਉਹ ਆਂਦੇ ਵੀ ਅਸੀਂ 5 ਜੀ ਹਾਂ ਤੇ 3 ਫੁਲਕੇ ਪੱਕਦੇ ਹੁੰਦੇ ਸੀ ਕਈ ਵਾਰੀ। ਤੇ ਲੋਕਾਂ ਦੀਆਂ ਮਨਾਂ 'ਚ ਇਹ ਹੁੰਦਾ ਸੀਗਾ ਵੀ ਪਤਾ ਨਹੀਂ ਇਹ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦਾ ਘਰ ਆ, ਇੱਥੇ ਪਤਾ ਨਹੀਂ ਕਿੰਨੇ ਕੁ ਪੈਸੇ ਨੇ। ਲੋਕਾਂ ਨੇ ਇਕੱਠੇ ਕਰ ਲਏ ਹੁਣ ਉਹਨਾਂ ਦੇ ਨਾਮਾਂ 'ਤੇ, ਉਹ ਗੱਲ ਵੱਖਰੀ ਆ। ਹਾਂਜੀ, ਸਾਡੇ ਨਾਮ ਤੇ ਬਹੁਤ ਪੈਸਾ ਜਿਹੜਾ ਕਿ ਮਤਲਬ ਕਿ ਬਾਹਰੋਂ ਵੀ ਜਾਂ ਇੱਥੋਂ ਦੀ ਸੰਗਤ ਨੇ ਬਹੁਤ ਇਕੱਠਾ ਕੀਤਾ ਪਰਿਵਾਰ ਦਾ ਨਾਂ ਲੈ ਲੈ ਕੇ, ਤੇ ਪਰ ਗਾੜੀ ਪਰਿਵਾਰ ਤੱਕ ਤੇ ਚਲੋ ਕੁਝ ਨਹੀਂ ਪਹੁੰਚਿਆ। ਅਸੀਂ ਤੇ ਅੱਜ ਵੀ ਮਤਲਬ ਕਦੀ ਕਿਸੇ ਨੂੰ ਫੋਨ ਕਰਕੇ ਨਹੀਂ ਮਾਇਆ ਨਹੀਂ ਮੰਗੀ ਜਾਂ ਕੋਈ ਸਹਾਇਤਾ ਨਹੀਂ ਆਪਣੀ। ਠੀਕ ਹੈ, ਕੋਈ ਆ ਜੇ ਸਤਿਕਾਰ ਕਰਦਾ ਮਾਤਾ ਜੀ ਦਾ ਵੱਖਰੀ ਗੱਲ, ਪਰ ਅੱਜ ਤੱਕ ਕੋਈ ਇਹ ਨਹੀਂ ਕਹਿ ਸਕਦਾ ਵੀ ਮਾਨੋਚਾਲ ਪਰਿਵਾਰ ਨੇ ਕਿਸੇ ਨੂੰ ਫੋਨ ਕਰਕੇ ਕਿਹਾ ਵੀ ਸਾਡੀ ਮਦਦ ਕਰੋ, ਕਿਸੇ ਨੂੰ ਨਹੀਂ ਫੋਨ। ਉਸ ਤੋਂ ਬਾਅਦ ਜਦੋਂ ਸ਼ਹੀਦ ਹੋ ਜਾਂਦੇ ਨੇ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ, ਉਹਨਾਂ ਦਾ ਪਰਿਵਾਰ ਵੀ ਫਿਰ ਉਹਨਾਂ ਦੇ ਬੱਚੇ ਵੀ ਇੱਥੇ ਇਕੱਠੇ ਹੀ ਤੁਹਾਡੇ ਨਾਲ ਇੱਕੋ ਘਰ 'ਚ ਹੀ ਰਹਿੰਦੇ ਰਹੇ ਹੋ? ਹਾਂਜੀ, ਫਿਰ ਉਹ ਵੀ ਪਹਿਲਾਂ ਵੱਖ-ਵੱਖ ਥਾਵਾਂ ਤੇ ਰਹਿੰਦੇ ਸੀਗੇ। ਫਿਰ ਬਾਅਦ ਵਿੱਚ ਜਦੋਂ ਅਸੀਂ ਮਾਨੋਚਾਲ ਘਰ ਕਿਸੇ ਦੇ ਘਰ ਵਿੱਚ ਚਾਚਾ ਜੀ ਉਹਨਾਂ ਨੇ ਅਸੀਂ ਕਿਸੇ ਦੇ ਘਰ ਵਿੱਚ ਬੈਠੇ ਆ, ਸਾਡਾ ਆਪਣਾ ਘਰ ਨਹੀਂ ਸੀਗਾ, ਤੇ ਉੱਥੇ ਫਿਰ ਸਾਰੇ ਜਾਣੇ ਅਸੀਂ ਇਕੱਠੇ ਰਹਿੰਦੇ ਨੇ ਛੋਟੇ ਹੁੰਦੇ। ਬਾਬਾ ਜੀ ਦੇ ਬੇਟੇ ਵੀ ਛੋਟੇ ਚਾਚਾ ਜੀ ਹੁਣੀ ਵੀ ਸਾਰਾ ਪਰਿਵਾਰ ਹੀ ਵੀ ਉੱਥੇ ਆਪਣੀ ਖੇਤੀ ਕਰਕੇ ਠੇਕੇ ਦੇ ਭਲੀ ਲੈ ਗਏ, ਤੇ ਫਿਰ ਅਸੀਂ ਆਪਣਾ ਟਾਈਮ ਪਾਸ ਕੀਤਾ ਜੀ। ਅੱਜ ਕੱਲ੍ਹ ਕੀ ਕਰਦੇ ਹੋ? ਮੈਂ ਸ਼੍ਰੋਮਣੀ ਕਮੇਟੀ 'ਚ ਨੌਕਰੀ ਕਰਦਾ ਜੀ, ਅੱਛਾ, ਬਤੌਰ ਸੇਵਾਦਾਰ ਭਰਤੀ ਹੋਇਆ ਸੀਗਾ। ਅੱਛਾ। ਹੁਣ ਮੈਂ ਹੈਲਪਰ ਦੀ ਜੌਬ ਕਰ ਰਿਹਾ। ਕਿੰਨੀ ਕੁ ਤਨਖਾਹ ਮਿਲ ਜਾਂਦੀ ਹੈ? 16,000 ਤਨਖਾਹ ਮਿਲਦੀ ਹੈ ਜੀ। 16,000 ਰੁਪਈਆ, ਮਤਲਬ ਆਰਾਮ ਨਾਲ ਹੀ ਨੌਕਰੀ ਮਿਲ ਗਈ। ਉੱਥੇ ਪਤਾ ਸ਼੍ਰੋਮਣੀ ਕਮੇਟੀ 'ਚ ਵੀ ਇਹ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦਾ ਭਤੀਜਾ ਤੇ ਸ਼ਹੀਦ ਭਾਈ ਨਰਵੈਲ ਸਿੰਘ ਦਾ ਬੇਟਾ? ਹਾਂਜੀ, ਇਹ ਪਤਾ ਤੇ ਹੈਗਾ ਵਾ, ਪਰ ਮਤਲਬ ਕਿ ਸਤਿਕਾਰ ਨਹੀਂ ਹੈਗਾ। ਚਲੋ ਸ਼੍ਰੋਮਣੀ ਕਮੇਟੀ ਨੇ ਨੌਕਰੀਆਂ ਮਤਲਬ ਕਿ ਦਿੱਤੀਆਂ ਸ਼ਹੀਦ ਪਰਿਵਾਰਾਂ ਨੂੰ ਵੀ, ਤੇ ਧਰਮੀ ਫੌਜੀ ਸਿੰਘ ਜਿਹੜੇ ਹੋਏ ਸੀਗਾ ਉਹਨਾਂ ਨੂੰ ਵੀ, ਪਰ ਸਤਿਕਾਰ ਨਹੀਂ ਹੈਗਾ ਸ਼ਹੀਦ ਪਰਿਵਾਰਾਂ ਦਾ ਉੱਥੇ। ਮਤਲਬ ਉੱਥੇ ਜਿਹੜਾ ਇੱਕ ਪਰਿਵਾਰ ਵੇਖੋ ਨਾ ਵੀ ਇਸੇ ਗੁਰੂ ਘਰ ਦੇ ਲਈ ਸਾਰੇ ਜੀ 22 ਜੀ ਸ਼ਹੀਦ ਹੋ ਗਏ, ਤੇ ਉਸੇ ਪਵਿੱਤਰ ਸਥਾਨ ਦੇ ਉੱਤੇ ਜਦੋਂ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਸਤਿਕਾਰ ਨਾ ਮਿਲੇ, ਤਕਲੀਫ ਤੇ ਫਿਰ ਹੁੰਦੀ ਆ। ਜਿਹੜੇ ਛੋਟੇ ਮੋਟੇ ਉੱਥੇ ਪ੍ਰਬੰਧਕ ਲਗਾਏ ਨਾ, ਜਿਹੜੇ ਐਵੇਂ ਲੱਲੂ ਪੰਜੂ ਫੜ ਕੇ, ਉਹ ਬਹੁਤ ਜਲੀਲ ਕਰਦੇ ਆ। ਅੱਛਾ, ਹਾਂਜੀ, ਕੋਈ ਗੱਲ ਨਹੀਂ, ਫਿਰ ਵਕਤ ਆਉਣ ਤੇ ਫਿਰ ਉਹਨਾਂ ਨੂੰ ਪਤਾ ਲੱਗ ਜੂ ਵੀ ਸ਼ਹੀਦ ਪਰਿਵਾਰਾਂ ਨਾਲ ਕਿਵੇਂ ਗੱਲ ਕਰੀਦੀ ਹੈ ਤੇ ਕਿਵੇਂ ਨਹੀਂ ਕਰੀਦੀ। ਇਦਾਂ ਤੇ ਨਹੀਂ ਹੋਣਾ ਚਾਹੀਦਾ। ਸ਼ਹੀਦ ਪਰਿਵਾਰਾਂ ਦਾ ਸਤਿਕਾਰ ਵੇਖੋ, ਉੱਥੇ ਭਾਈ ਪਰਮਜੀਤ ਸਿੰਘ ਜੀ ਨੇ, ਤੇ ਉਹ ਜਦੋਂ ਕਿਤੇ ਅਸੀਂ ਉਹਨਾਂ ਨੂੰ ਫੋਨ ਕਰਦੇ ਆ, ਉਹ ਇੰਸਪੈਕਟਰ ਦੀ ਜੌਬ ਕਰਦੇ ਆ, ਤੇ ਉਹ ਸਾਨੂੰ ਫੋਨ ਅਸੀਂ ਕਰਦੇ ਆ, ਤੇ ਉਹ ਸਾਨੂੰ ਕਮਰੇ ਵੀ ਲੈ ਦਿੰਦੇ ਨੇ, ਤੇ ਜਿਹੜੇ ਚੰਗੇ ਅਹੁਦਿਆਂ ਤੇ ਆ ਉਹਨਾਂ ਦਾ ਮੈਂ ਸਮਝਦਾ ਸਤਿਕਾਰ ਹੈਗਾ ਵੀ ਆ। ਪਰ ਐਡਾ ਵੱਡਾ ਪਰਿਵਾਰ ਕਿਤੇ ਨਾ ਕਿਤੇ ਮਨ 'ਚ ਹੁੰਦਾ ਵੀ ਯਾਰ ਅਸੀਂ ਏਡੇ ਵੱਡੇ ਪਰਿਵਾਰ 'ਚੋਂ ਆ, 22 ਜੀ ਸਾਡੇ ਸ਼ਹੀਦ ਹੋਏ ਨੇ, ਤੇ ਕਿਤੇ ਨਾ ਕਿਤੇ ਇਹ ਤੇ ਮਤਲਬ ਕਹਿਣਾ ਚਾਹੀਦਾ ਵੀ ਇਹ ਉਸ ਐਡੇ ਵੱਡੇ ਪਰਿਵਾਰ ਦਾ ਬੱਚਾ ਵਾ, ਤੇ ਸਗੋਂ ਸੰਗਤ ਨੂੰ ਮਿਲਾਉਣਾ ਚਾਹੀਦਾ ਵੀ ਇੱਥੇ ਇਹਨੂੰ ਸੇਵਾ ਮਿਲੀ ਆ। ਸਗੋਂ ਇਹ ਗੱਲ 'ਚ ਸਗੋਂ SGPC ਦਾ ਵੀ ਸਤਿਕਾਰ ਵਧਣਾ। ਹਾਂਜੀ, ਭਾਈ ਪਰਮਜੀਤ ਸਿੰਘ ਹੁਣੀ ਤੋਂ ਸ਼ੁਰੂ ਤੋਂ ਮੈਂ ਇਹਨਾਂ ਨਾਲ ਜੌਬ ਕੀਤੀ ਹੈ, ਬਤੌਰ ਇੰਚਾਰਜ ਡਿਊਟੀ ਕਰਦੇ ਸੀਗੇ ਉੱਥੇ। ਬਹੁਤ ਸਤਿਕਾਰ ਦਿੰਦੇ ਰਹੇ ਮੈਨੂੰ, ਬਹੁਤ ਹੈਲਪ ਵੀ ਕੀਤੀ ਇਹਨਾਂ ਨੇ। ਠੀਕ ਹੈ ਜੀ, ਤੇ ਕੁਛ ਸਿੰਘ ਅਜੇ ਵੀ ਹੈਗੇ ਜਿਹੜੇ ਮਤਲਬ ਕਿ ਵਧੀਆ ਵਾ, ਜਿਹੜੇ ਹੈਲਪ ਵੀ ਕਰਦੇ ਆ ਆਪਣੀ ਡਿਊਟੀ 'ਚ, ਤੇ ਜਾਂ ਸਤਿਕਾਰ ਵੀ ਕਰਦੇ ਆ। ਪਰ ਕੁਛ ਵਿੱਚ ਕੁਛ ਚੰਗੇ ਵੀ ਹੁੰਦੇ, ਕੁਛ ਮਾੜੇ ਵੀ ਹੁੰਦੇ ਆ। ਇਸ ਤਰ੍ਹਾਂ ਫਿਰ ਕੁਛ ਉਹ ਜਿਹੇ ਵੀ ਹੈਗੇ। ਹਾਂਜੀ, ਨਹੀਂ ਕੋਈ ਗੱਲ ਨਹੀਂ, ਸਤਿਗੁਰੂ ਕਿਰਪਾ ਕਰਨਗੇ ਮਹਾਰਾਜ। ਅਸੀਂ ਤੇ ਸਤਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਵੀ ਸਤਿਗੁਰੂ ਸਮੱਤ ਬਖਸ਼ਣ, ਕਿ ਉਹ ਸ਼ਹੀਦ ਪਰਿਵਾਰਾਂ ਦਾ ਜਿਹੜਾ ਇੱਕ ਵਿਸ਼ੇਸ਼ ਜਿਹੜਾ ਇੱਕ ਦਰਜਾ ਵਾ, ਜਾਂ ਕਹਿ ਲਓ ਮਾਣ-ਤਾਣ ਹੁੰਦਾ ਵਾ, ਗੱਲ ਕੁਛ ਨਹੀਂ, ਇੱਕ ਖਾਸ ਹੁੰਦਾ ਵਾ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਵਿਸ਼ੇਸ਼ ਜਿਹੜਾ ਵਾ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜਾ ਸਤਿਕਾਰ। ਹੋਰ ਕੋਈ ਐਸੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੀ ਤੁਸੀਂ ਕਰਨੀ ਚਾਹੁੰਦੇ ਹੋ? ਹੋਰ ਇਸ ਤਰ੍ਹਾਂ ਵੀ ਮਤਲਬ ਵੀ ਪਰਿਵਾਰਕ ਹਾਲਾਤ ਦੇ ਹਿਸਾਬ ਨਾਲ ਅਸੀਂ ਪੜ੍ਹ ਨਹੀਂ ਸਕੇ, ਵੀ ਹਾਇਰ ਸਟੱਡੀ ਨਹੀਂ ਲੈ ਸਕੇ। ਚਲੋ 12 ਦੇ ਅਸੀਂ ਘਰ 'ਚ ਰਹਿ ਕੇ ਪੜ੍ਹੇ ਹਾਂ ਸਾਰੇ ਭਰਾ, ਚਾਰੇ ਭਰਾ, ਪਰ ਚਲੋ ਹਾਇਰ ਸਟੱਡੀ ਦੀ ਹਰ ਕਿਸੇ ਦੀ ਇੱਛਾ ਹੁੰਦੀ ਆ, ਉਹ ਨਹੀਂ ਲੈ ਸਕੇ। ਬਾਕੀ ਸ਼੍ਰੋਮਣੀ ਕਮੇਟੀ 'ਚ ਚਲੋ ਠੀਕ ਆ, ਜੌਬ ਤੇ ਦਿੱਤੀ, ਪਰ ਅਸੀਂ ਲਾਸਟ ਟਾਈਮ ਭਾਈ ਪਰਮਜੀਤ ਸਿੰਘ ਤੇ ਮੈਂ ਭਾਈ ਆਪਣੇ ਜਿਹੜੇ ਮੌਜੂਦਾ ਪ੍ਰਧਾਨ ਆ ਸਰਦਾਰ ਹਰਜਿੰਦਰ ਸਿੰਘ ਧਾਮੀ, ਉਹਨਾਂ ਦੇ ਘਰ ਪਹੁੰਚੇ ਆ। ਉਹਨਾਂ ਨੇ ਸਾਨੂੰ ਗੇਟ ਤੋਂ ਅਸੀਂ ਦੱਸਿਆ ਵੀ ਆ ਕਿ ਮੈਂ ਬਾਬੇ ਮਾਨੋਚਾਲ ਦਾ ਭਤੀਜਾ ਵਾਂ, ਕਿਸੇ ਕੰਮ ਗਏ ਸੀਗੇ, ਉਹਨਾਂ ਗੇਟ ਤੋਂ ਹੀ ਕਹਿੰਦੇ ਵੀ ਦਫ਼ਤਰ ਆ ਕੇ ਗੱਲ ਕਰਿਓ। ਨਾ ਪਾਣੀ ਪੁੱਛਿਆ ਤੇ ਨਾ ਅੱਗੇ ਹੀ, ਇਹ ਵੀ ਨਹੀਂ ਆਖਿਆ ਵੀ ਅੱਗੇ ਆ ਜਾਓ। ਇੱਕ ਪਾਸੇ ਤੇ SGPC ਦੇ ਪ੍ਰਧਾਨ ਸਾਹਿਬ ਦੇ ਹੁਕਮਾਂ ਤੇ ਬੰਦੀ ਸਿੰਘਾਂ ਦੀਆਂ ਵੱਡੇ ਪੋਸਟਰ ਲੱਗ ਗਏ ਨੇ, ਤੇ ਉਹ ਕਹਿੰਦੇ ਅਸੀਂ ਸ਼ਹੀਦਾਂ ਦਾ ਸਤਿਕਾਰ ਵੀ ਕਰਦੇ ਹਾਂ, ਤੇ ਜੇ ਘਰ ਜਾਂਦੇ ਆ ਤੇ ਪਾਣੀ ਦਾ ਘੁੱਟ ਨਹੀਂ ਪੁੱਛਦੇ ਪ੍ਰਧਾਨ ਜੀ। ਨਹੀਂ ਪੁੱਛਦੇ ਪ੍ਰਧਾਨ ਜੀ, ਪਾਣੀ ਦਾ ਘੁੱਟ ਵੀ ਨਹੀਂ ਇਹ ਪੁੱਛਦੇ। ਗੱਲ ਪ੍ਰਧਾਨ ਸਾਹਿਬ ਤੱਕ ਚਲੀ ਜਾਣੀ ਆ। ਹਾਂਜੀ, ਕੋਈ ਗੱਲ ਨਹੀਂ ਚਲੇਗੀ। ਸਜ਼ਾ ਵੀ ਮਿਲ ਸਕਦੀ ਆ। ਚਲੋ ਅੱਗੇ ਸਜ਼ਾ ਥੋੜੀ ਮਿਲੀ ਕਿਤੇ, ਅੱਗੇ ਵੀ ਤਾਂ ਸਜ਼ਾ ਭੁਗਤਣੇ। ਕੋਈ ਗੱਲ ਨਹੀਂ, ਜੇ ਹੁਣ ਸਜ਼ਾ ਦੇਣਗੇ ਤੇ ਫਿਰ ਸੰਗਤ ਵੀ ਜਿਹੜੀ ਆ ਵਿਸ਼ੇਸ਼ ਉਹਦਾ ਖਿਆਲ ਰੱਖੂਗੀ ਇਸ ਗੱਲ ਦਾ। ਪਰ ਚਲੋ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਠੀਕ ਆ, ਤੁਹਾਡੀਆਂ ਨਜ਼ਰਾਂ ਦੇ ਵਿੱਚ ਉਹ ਤੁਹਾਡਾ ਇੱਕ ਛੋਟਾ ਜਿਹਾ ਸੇਵਾਦਾਰ ਆ, ਮੁਲਾਜ਼ਮ ਆ, ਪਰ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ, ਇੱਕ ਗੁਰਸਿੱਖ ਹੋਣ ਦੇ ਨਾਤੇ ਕਮ ਸੇ ਕਮ ਪਾਣੀ ਦਾ ਗਲਾਸ ਤੇ ਜ਼ਰੂਰ ਪਿਲਾਉਣਾ ਚਾਹੀਦਾ। ਉਹ ਤੇ ਕਿਸੇ ਸੱਤ ਬਗਾਨੇ ਨੂੰ ਵੀ ਪਿਆ ਦੀਦਾ। ਪਰ ਚਲੋ ਕੋਈ ਨਹੀਂ, ਜਿਵੇਂ ਕਿਸੇ ਦੀ ਸਿੱਖਿਆ, ਜਿਵੇਂ ਕਿਸੇ ਦੇ ਸੰਸਕਾਰ ਉਹਨਾਂ ਉਤਰਾ ਹੀ ਕਰਨਾ। ਤੇ ਕੋਈ ਨਹੀਂ, ਸਤਿਗੁਰੂ ਉਹਨਾਂ ਨੂੰ ਵੀ ਸਮੱਤ ਬਖਸ਼ਣ, ਬਹੁਤ ਮਿਹਰਬਾਨੀ ਆ।
ਤੇ ਕਿਤੇ ਨਾ ਕਿਤੇ ਅੱਜ ਜਿਹੜੀ ਗੱਲ ਅਸੀਂ ਪਹਿਲਾਂ ਵੀ ਕੀਤੀ ਆ ਤੁਹਾਡੀ ਮਾਤਾ ਜੀ ਨਾਲ ਵੀ ਕਿ ਛੋਟੀ ਜੀ ਇੱਕ ਭੇਟਾ ਸਾਡੀ ਸੰਸਥਾ ਵੱਲੋਂ ਹੁਕਮ ਆ ਤੇ ਉਹ ਤੁਸੀਂ ਸਵੀਕਾਰ ਕਰੋ। ਨੰਬਰ ਅਸੀਂ ਦਿੱਤਾ ਤੁਹਾਡਾ ਪਹਿਲਾਂ ਹੀ 87 288 35720। ਸਤ ਸੰਗਤ ਜੀ ਇਸ ਨੰਬਰ ਦੇ ਉੱਤੇ ਕਾਲ ਕਰਨਾ ਨਾ ਭੁੱਲਿਓ। ਬਹੁਤ ਵੱਡਾ ਤਸ਼ੱਦਦ ਸਿਆ, ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਪਰਿਵਾਰ ਅੱਜ ਇਸ ਲੈਵਲ ਤੇ ਪਹੁੰਚਿਆ। ਘਰ ਦਾ ਕੋਨਾ ਤੁਸੀਂ ਕੈਮਰੇ ਦੀ ਅੱਖ ਨਾਲ ਵੇਖ ਰਹੇ ਹੋ ਭਈ ਇਹ ਘਰ ਨਹੀਂ ਸੀ ਰਹਿਣ ਦਿੱਤਾ ਗਿਆ। 1992 ਦੇ ਵਿੱਚ ਇਹ ਇੱਕ ਪੁਲਿਸ ਚੌਂਕੀ ਬਣ ਗਈ ਸੀ, ਨਿਰੀ ਚੌਂਕੀ ਨਹੀਂ ਸੀ, ਇੱਕ ਬੁੱਚੜਖਾਨਾ ਬਣਾ ਦਿੱਤਾ ਗਿਆ ਸੀ ਸਮੇਂ ਦੇ ਪੁਲਿਸ ਅਫਸਰਾਂ ਵੱਲੋਂ। ਪਤਾ ਨਹੀਂ ਇੱਥੇ ਕਿੰਨੇ ਕੁ ਸਿੰਘਾਂ ਨੂੰ ਉਹਨਾਂ ਨੇ ਕੋਹ ਕੇ ਸ਼ਹੀਦ ਕੀਤਾ ਵਾ, ਕੀ ਕੁਝ ਹੋਇਆ ਬੀਤਿਆ। ਇੱਥੇ ਆਉਣ ਤੋਂ ਬਾਅਦ ਫਿਰ ਜ਼ਰੂਰ ਮੇਰੇ ਹਿਸਾਬ ਨਾਲ ਪਾਠ ਕਰਾਇਆ ਹੋਣਾ। ਹਾਂਜੀ, ਸੁਖਮਨੀ ਸਾਹਿਬ ਦਾ ਪਾਠ ਕਰਾਇਆ ਸੀਗਾ ਤੇ ਬਾਕੀ ਹੁਣ ਵੈਸੇ ਅਖੰਡ ਪਾਠ ਸਾਹਿਬ ਕਰਾਉਣਾ ਉਹ ਬੀਬੀ ਜੀ ਦਾ ਜਿਹੜਾ ਘਰ ਹੈ ਨਾਲ ਵਾਲਾ, ਉਹ ਅਜੇ ਥੋੜ੍ਹਾ ਜਿਹਾ ਉਹਦਾ ਰੌਲਾ ਚੱਲ ਰਿਹਾ, ਉਹ ਮਸਲਾ ਹੱਲ ਹੋ ਜਾਏਗਾ ਫਿਰ ਅਖੰਡ ਪਾਠ ਸਾਹਿਬ ਵੀ ਜ਼ਰੂਰ ਕਰਵਾਵਾਂਗੇ। ਹਾਂਜੀ ਬਿਲਕੁਲ ਜੀ, ਬੀਬੀ ਸੁਰਜੀਤ ਕੌਰ ਜੀ ਆ ਉਹਨਾਂ ਦਾ ਨਾਂ, ਅਸੀਂ ਉਹਨਾਂ ਨੂੰ ਵੀ ਮਿਲਾਂਗੇ ਤੇ ਅੱਜ ਸਪੈਸ਼ਲੀ ਉਹਨਾਂ ਨੂੰ ਵੀ ਅਸੀਂ ਮਿਲਣਾ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਹੁਤ ਮਿਹਰਬਾਨੀ ਸਾਧ ਸੰਗਤ ਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਹ ਮਹਾਨ ਯੋਧੇ ਸ਼ਹੀਦ ਭਾਈ ਨਰਵੈਲ ਸਿੰਘ ਜੀ ਜਿਹੜੇ ਕਿ ਭਰਾਤਾ ਸੀਗੇ ਸ਼ਹੀਦ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦੇ, ਉਹਨਾਂ ਦੇ ਘਰ ਦੇ ਵਿੱਚ ਆ ਕੇ ਅੱਜ ਉਹਨਾਂ ਦੇ ਪਰਿਵਾਰ ਦੀ ਦਾਸਤਾਨ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਸਾਡੀ ਗੱਲਬਾਤ ਕਿਵੇਂ ਲੱਗੀ ਆ ਔਰ ਇਸ ਘਰ ਪਰਿਵਾਰ ਦੇ ਵਿੱਚ ਤੁਸੀਂ ਵੇਖ ਕੇ ਕਿਵੇਂ ਤੁਹਾਨੂੰ ਲੱਗਾ, ਕਮੈਂਟ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਔਰ ਪਰਿਵਾਰ ਦੇ ਨਾਲ ਫੋਨ ਦੇ ਉੱਤੇ ਜ਼ਰੂਰ ਇੱਕ ਵਾਰੀ ਇਹਨਾਂ ਦੀ ਹੌਸਲਾ ਅਫਜ਼ਾਈ ਕਰਿਓ ਔਰ ਇਹਨਾਂ ਨਾਲ ਦੁੱਖ ਸਾਂਝਾ ਕਰਿਓ, ਕਿਉਂਕਿ ਬਹੁਤ ਮਹਾਨ ਪਰਿਵਾਰ ਦੇ ਵਿੱਚੋਂ ਨੇ ਇਹ ਜਿਹੜੇ ਪਰਿਵਾਰਕ ਮੈਂਬਰ ਨੇ ਤੇ ਇਹਨਾਂ ਨਾਲ ਜ਼ਰੂਰ ਇਹਨਾਂ ਦੀ ਹੌਸਲਾ ਅਫਜ਼ਾਈ ਕਰਿਓ। ਬਹੁਤ ਮਿਹਰਬਾਨੀ ਸਾਧ ਸੰਗਤ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਸ ਵਕਤ ਸਪੈਸ਼ਲੀ ਮੈਂ ਸ਼ਹੀਦ ਭਾਈ ਨਰਵੈਲ ਸਿੰਘ ਜੀ ਦੇ ਘਰ ਦੇ ਉਸ ਕਮਰੇ ਦੇ ਵਿੱਚ ਖੜ੍ਹਾ ਜਿੱਥੇ 2 ASI ਇੰਦਰਜੀਤ ਸਿੰਘ ਤੇ ਅਜੀਤ ਸਿੰਘ ਜਿਹੜੇ ਆਪੋ 'ਚ ਗੋਲੀ ਮਾਰ ਕੇ ਜਿਹੜੇ ਆ ਉਹ ਖਤਮ ਹੋ ਗਏ ਸੀਗੇ। ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਇਸ ਦਰਵਾਜ਼ੇ ਤੋਂ ਐਂਟਰ ਕੀਤਾ, ਇੱਥੇ ਇੱਕ ਥਾਣੇਦਾਰ ਜਿਹੜਾ ਇਸ ਦੀਵਾਰ ਦੇ ਨਾਲ ਲੱਗੇ ਸ਼ੀਸ਼ੇ ਨਾਲ ਪੱਗ ਬੰਨ੍ਹ ਰਿਹਾ ਸੀਗਾ ਇੱਥੇ, ਤੇ ਦੂਸਰਾ ਅੰਦਰ ਆਣ ਕੇ ਉਹਨੇ ਅੰਦਰੋਂ ਕੁੰਡੀ ਲਾਈ ਆ ਤੇ ਇੱਕ ਗੋਲੀ ਉਹਦੇ ਸਿਰ 'ਚ ਮਾਰੀ ਤੇ ਦੂਸਰੀ ਉਹਨੇ ਆਪਣੇ ਆਪ ਨੂੰ ਮਾਰ ਕੇ ਤੇ ਇੱਥੇ ਹੀ ਆਪਣੇ ਆਪ ਨੂੰ ਖਤਮ ਕਰ ਲਿਆ। ਹੁਣ ਕੁੰਡੀ ਅੰਦਰੋਂ ਲੱਗੀ ਸੀ, ਫਿਰ ਤੁਸੀਂ ਆਹ ਵੇਖ ਰਹੇ ਹੋ ਖਿੜਕੀ ਦੇ ਵਿੱਚ ਕਿ ਇਹਦੇ ਸੈਂਟਰ ਦੇ ਵਿੱਚ ਲੱਕੜ ਸੀ ਤੇ ਇਹ ਲੱਕੜ ਜਿਹੜੀ ਆ ਇੱਥੋਂ ਤੋੜ ਕੇ ਤੇ ਫਿਰ ਇੱਥੋਂ ਦੀ ਖਿੜਕੀ ਥਾਣੀ ਐਂਟਰ ਕੀਤਾ, ਕਿਉਂਕਿ ਦਰਵਾਜ਼ਾ ਉਹਨਾਂ ਇਸ ਕਰਕੇ ਨਹੀਂ ਤੋੜਿਆ ਤਾਂ ਕਿ ਉਹ ਗੱਲ ਕਲੀਅਰ ਹੋ ਜਾਏ ਕਿ ਅੰਦਰੋਂ ਕੁੰਡੀ ਲੱਗੀ ਆ। ਵੀ ਜੇ ਦਰਵਾਜ਼ਾ ਵੀ ਅੰਦਰ ਉਹਨਾਂ ਨੇ ਆਪਣੇ ਆਪ 'ਚ ਇੱਕ ਦੂਜੇ ਨੂੰ ਮਾਰਿਆ ਵੀ ਕਿਸੇ ਦੂਸਰੇ 'ਤੇ ਇਲਜ਼ਾਮ ਨਾ ਲੱਗੇ ਵੀ ਕੌਣ ਕਿਹਨੂੰ ਮਾਰ ਗਿਆ, ਇਸ ਕਰਕੇ ਫਿਰ ਇਹ ਖਿੜਕੀ ਪੁੱਟ ਕੇ ਇੱਥੋਂ ਦੀ ਤੋੜ ਕੇ ਤੇ ਫਿਰ ਉਹਨਾਂ ਦੀਆਂ ਲਾਸ਼ਾਂ ਇਹਨਾਂ ਨੇ ਬਾਹਰ ਕੱਢੀਆਂ ਨੇ ਅੰਦਰੋਂ ਕੁੰਡੀ ਖੋਲ੍ਹ ਕੇ। ਇਸ ਤਰ੍ਹਾਂ ਦੇ ਹਾਲਾਤ ਸੀ ਔਰ ਉਹਨਾਂ ਇੰਦਰਜੀਤ ਸਿੰਘ ਤੇ ਅਜੀਤ ਉਹ ਥਾਣੇਦਾਰ ਜਿਹੜੇ ਸੀਗੇ ਇੱਥੇ 2 ਮਰੇ ਨੇ, ਉਹਨਾਂ ਨੇ ਸ਼ਹੀਦ ਜਥੇਦਾਰ ਗੁਰਬਚਨ ਸਿੰਘ ਜੀ ਦੇ ਮਾਨੋਚਾਲ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਪਿਤਾ ਜੀ 'ਤੇ ਬਹੁਤ ਜ਼ੁਲਮ ਕੀਤੇ ਸੀ। ਤੇ ਜਦੋਂ ਉਹ ਸ਼ਹੀਦ ਹੁੰਦੇ ਨੇ, ਉਹਨਾਂ ਦੇ ਸ਼ਹੀਦ ਹੋਣ ਤੋਂ ਥੋੜ੍ਹੇ ਦਿਨ ਬਾਅਦ ਹੀ ਜਥੇਦਾਰ ਮਾਨੋਚਾਲ ਦੇ ਇਹ ਦੋਵੇਂ ਥਾਣੇਦਾਰ ਜਿਹੜੇ ਆ ਇੱਥੇ ਮਾਰੇ ਗਏ ਨੇ। ਤੇ ਇੱਥੋਂ ਫਿਰ ਉਸ ਚੀਜ਼ ਦਾ ਅਖਬਾਰਾਂ ਦੇ ਵਿੱਚ ਵੀ ਆਇਆ, ਉਦੋਂ ਬੜਾ ਚਰਚਾ ਆਇਆ ਤਾਂ ਆਪ ਸਭ ਨੇ ਸੁਣਿਆ ਹੀ ਹੋਏਗਾ ਕਿ ਕੁਦਰਤ ਜਦੋਂ ਇਨਸਾਫ ਕਰਦੀ ਆ ਤੇ ਫਿਰ ਇਸ ਤਰ੍ਹਾਂ ਇਨਸਾਫ ਵੀ ਕਰਦੀ ਆ। ਉਹ ਜਿਹੜੇ ਸ਼ਹੀਦ ਸਿੰਘਾਂ 'ਤੇ ਜਿਨ੍ਹਾਂ ਨੇ ਜ਼ੁਲਮ ਕੀਤੇ ਆ ਉਹ ਫਿਰ ਕਿਸੇ ਢੰਗ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਢੰਗ ਨਾਲ ਵੀ ਇਨਸਾਫ ਕਰਦੇ ਆ। ਸਾਧ ਸੰਗਤ ਜੀ, ਸ਼ਹੀਦ ਭਾਈ ਨਰਵੈਲ ਸਿੰਘ ਜੀ ਮਾਨੋਚਾਲ ਦੇ ਘਰ ਦੇ ਵਿੱਚ ਜਿੱਦਾਂ ਪੁਲਿਸ ਦਾ ਕਬਜ਼ਾ ਜਿੰਨਾ ਚਿਰ ਰਿਹਾ ਤੇ ਆਹ ਕਮਰਾ ਉਹਨਾਂ ਨੇ ਇੱਕ ਹਵਾਲਾਤ ਬਣਾਈ ਸੀ ਔਰ ਇੱਕ ਟਾਰਚਰ ਕੇਂਦਰ ਵੀ ਸੀਗਾ ਇੱਥੇ। ਤੁਸੀਂ ਸਾਹਮਣੇ ਇੱਕ ਕੁੰਡਾ ਵੇਖ ਰਹੇ ਹੋ ਉੱਪਰ, ਤੇ ਇਸ ਕੁੰਡੇ ਦੇ ਨਾਲ ਇੱਥੇ ਪਤਾ ਨਹੀਂ ਕਿੰਨੇ ਕੁ ਸਿੰਘਾਂ ਨੂੰ ਉੱਥੇ ਟੰਗ ਕੇ ਤੇ ਇੱਥੇ ਇਹਨਾਂ ਨੂੰ ਟਾਰਚਰ ਕਰਦੇ ਰਹੇ ਆ ਔਰ ਇੰਨਾ ਇਹ ਬੰਦ ਤੇ ਗੁੰਮ ਕਮਰਾ ਵਾ ਕਿ ਇੱਥੇ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਕੋਈ ਰਹਿੰਦਾ ਸੀ ਜਾਂ ਹੈਗਾ ਸੀ ਜਾਂ ਨਹੀਂ ਹੈ ਸੀ। ਔਰ ਬਿਲਕੁਲ ਛੋਟੇ ਜਿਹੇ ਕਮਰੇ 'ਚ ਇੱਥੇ ਕਈ ਸਿੰਘ ਕਈ ਮਹੀਨੇ ਇੱਥੇ ਤਾੜ ਕੇ ਰੱਖਦੇ ਹੋਣੇ ਆ, ਇੰਟੈਰੋਗੇਟ ਕਰਦੇ ਰਹੇ ਨੇ। ਇਹ ਕੁੰਡਾ ਸਪੈਸ਼ਲ ਤੁਸੀਂ ਵੇਖ ਰਹੇ ਹੋ ਕਿ ਉੱਤੇ ਤੋੜ ਕੇ ਜਿਹੜਾ ਵਾ ਲੈਂਟਰ ਤੇ ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਇਹ ਕੁੰਡਾ ਬਣਾਇਆ ਹੋਇਆ। ਇੱਥੇ ਕੋਈ ਪੱਖਾ ਨਹੀਂ ਸੀ,
ਕੋਈ ਕੁਝ ਨਹੀਂ, ਸਿਰਫ ਸਿੰਘਾਂ ਨੂੰ ਟੰਗਣ ਦੇ ਲਈ ਜਿਹੜਾ ਇੱਥੇ ਉਹਨਾਂ ਨੇ ਇਹ ਬਣਾਇਆ ਸੀਗਾ। ਔਰ ਆ ਜਿਹੜੀ ਕਮਰੇ ਦੇ ਵਿੱਚ ਵੇਖ ਰਹੇ ਹੋ, ਇੰਜ ਲੱਗਦਾ ਵੀ ਜਿਵੇਂ ਭੁੱਕੀ ਦੀਆਂ ਬੋਰੀਆਂ ਨੇ, ਵਿੱਚ ਬੂਰਾ ਇੱਥੇ ਭੁੱਕੀ ਫੜ ਕੇ ਤੇ ਉਹਦੇ 'ਚ ਬੂਰਾ ਭਰ ਕੇ ਤੇ ਉਹ ਪੂਰਾ ਕਰ ਦੇਣਾ ਉਹਦਾ ਵਜਨ, ਤੇ ਬਾਕੀ ਜਿਹੜਾ ਭੁੱਕੀ ਆਪ ਵੀ ਪੁਲਿਸ ਵਾਲੇ ਖਾਂਦੇ ਰਹੇ। ਔਰ ਹੋਰ ਵੀ ਇਤਰਾਜ਼ਯੋਗ ਸਮੱਗਰੀ ਜਿਹੜੀ ਆ ਇੱਥੇ ਮਿਲੀ ਆ ਵੇਖਣ ਨੂੰ, ਜਿਹੜੀ ਮੈਂ ਕੈਮਰੇ 'ਤੇ ਬਿਆਨ ਨਹੀਂ ਕਰ ਸਕਦਾ। ਆ ਕਿਸੇ ਲੇਡੀਜ਼ ਦਾ ਸੂਟ ਆ, ਹਾਂਜੀ, ਜਿਹੜਾ ਅੱਜ ਵੀ ਇੱਥੇ ਸਾਬਤ ਕਰਦਾ ਕਿ ਇਸ ਹਵਾਲਾਤ ਦੇ ਵਿੱਚ ਔਰਤਾਂ ਵੀ ਲਿਆ ਕੇ ਇੰਟੈਰੋਗੇਟ ਹੋਈਆਂ ਤੇ ਉਹਨਾਂ 'ਤੇ ਜ਼ੁਲਮ ਤਸ਼ੱਦਦ ਹੁੰਦਾ ਰਿਹਾ। ਇਹ ਉਸ ਸਮੇਂ ਦੇ ਵਿੱਚ, ਕਿਉਂਕਿ 29 ਸਾਲ ਤੱਕ ਕਾਬਜ਼ ਰਹੇ ਨੇ ਪੁਲਿਸ ਵਾਲੇ ਇੱਥੇ ਇਸ ਕਮਰੇ ਦੇ ਵਿੱਚ, ਤੁਸੀਂ ਵੇਖ ਸਕਦੇ ਹੋ ਜੀ। ਸਾਧ ਸੰਗਤ ਜੀ, ਇਸ ਵਕਤ ਇਹ 9 ਗਾਡਰਾਂ ਦਾ ਇੱਕ ਵੱਡਾ ਲੰਮਾ ਬਰਾਂਡਾ ਵਾ, ਜਿਹੜਾ ਕਿ ਪੂਰਾ ਤੂੜੀ ਨਾਲ ਭਰਿਆ ਸੀ। ਇਹਦੇ 'ਚ 2 ਗੱਡੇ ਵੱਡੇ ਜਿਹੜੇ ਆ ਇੱਥੋਂ ਤੂੜੀ ਕੱਢ ਕੇ ਤੇ ਵੇਚੀ ਆ ਉਸ ਸਮੇਂ ਦੇ ਪੁਲਿਸ ਅਫਸਰਾਂ ਨੇ। ਔਰ ਤੁਸੀਂ ਘਰ ਦੇ ਹਾਲਾਤ ਵੇਖ ਰਹੇ ਹੋ, ਛੱਤ ਦੀ ਡਿੱਗੀ ਪਈ ਆ ਥਾਂ ਤੋਂ। ਤੇ ਇਸ ਘਰ ਦੀ ਮੁੜ ਉਸਾਰੀ ਦੇ ਲਈ ਇੱਕ ਵਾਰੀ ਫੇਰ ਇੱਕ ਵਧੀਆ ਘਰ ਬਣਾਉਣ ਦੇ ਲਈ ਸਾਧ ਸੰਗਤ ਜੀ ਤੁਹਾਡੇ ਸਾਥ ਦੀ ਬੜੀ ਲੋੜ ਆ, ਕਿਉਂਕਿ ਬਸ ਹੈਂਡ ਟੂ ਮਾਊਥ ਇਹ ਪਰਿਵਾਰ ਚੱਲ ਰਿਹਾ। ਸ਼ਹੀਦ ਭਾਈ ਨਰਵੈਲ ਸਿੰਘ ਜੀ ਮਾਨੋਚਲ ਦਾ ਇਹ ਘਰ ਜਿਹੜਾ ਵਾ ਬੜੇ ਵੱਡੇ ਮਹਾਨ ਸ਼ਹੀਦਾਂ ਦਾ ਘਰ ਆ, ਤੇ ਜਿਸ ਬੁਰੀ ਤਰ੍ਹਾਂ ਇਸ ਘਰ ਨੂੰ ਲੁੱਟਿਆ ਗਿਆ ਤੇ ਮਤਲਬ ਉਜਾੜਿਆ ਗਿਆ, ਉਹ ਤੁਹਾਡੇ ਸਾਹਮਣੇ ਆ। ਕੈਮਰੇ ਦੀ ਅੱਖ ਕਦੀ ਝੂਠ ਨਹੀਂ ਬੋਲਦੀ। ਤੇ ਥੱਲਿਓਂ ਵੀ ਕੱਚਾ, ਉੱਪਰੋਂ ਵੀ ਛੱਤ ਡਿੱਗ ਰਹੀ ਆ। ਤੇ ਸਾਧ ਸੰਗਤ ਜੀ, ਇਸ ਦੀ ਮੁੜ ਉਸਾਰੀ ਦੇ ਲਈ, ਬਹੁਤ ਬਿਹਤਰ ਉਸਾਰੀ ਦੇ ਲਈ ਤੁਹਾਡੇ ਸਹਿਯੋਗ ਦੀ ਬੜੀ ਲੋੜ ਆ, ਤੇ ਜ਼ਰੂਰ ਸਾਥ ਦਿਓ। ਪੂਰੇ ਘਰ ਦਾ ਜੋ ਤਹਿਸ ਨਹਿਸ ਕੀਤਾ ਵਾ ਉਸ ਸਮੇਂ ਦੇ ਪੁਲਿਸ ਅਫਸਰਾਂ ਨੇ, ਉਹ ਤੁਹਾਡੇ ਸਾਹਮਣੇ ਆ। ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਜਾਣਦੇ ਹੋ ਕਿ ਜਦੋਂ ਵੀ ਅਸੀਂ ਕਿਸੇ ਸ਼ਹੀਦ ਪਰਿਵਾਰ ਦੇ ਘਰ ਜਾਂਦੇ ਹਾਂ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅਸੀਂ ਕੁਝ ਭੇਟਾ ਜ਼ਰੂਰ ਦੇ ਕੇ ਆਉਣੀ ਹੁੰਦੀ ਹੈ। ਤੇ ਅੱਜ ਅਸੀਂ 15,000 ਰੁਪਏ ਦੀ ਛੋਟੀ ਜਿਹੀ ਇੱਕ ਭੇਟਾ ਬੀਬੀ ਕੁਲਦੀਪ ਕੌਰ ਜੀ ਦੀ ਦਵਾਈ ਦਾਰੂ ਦੇ ਲਈ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ। ਤੇ ਫ਼ੋਨ ਨੰਬਰ ਇਹਨਾਂ ਦਾ ਉਹੀ ਹੈ ਜੀ, 87 288 35 720। ਇਸ ਨੰਬਰ ਦੇ ਉੱਤੇ ਤੁਸੀਂ ਜ਼ਰੂਰ ਪਰਿਵਾਰ ਦੇ ਨਾਲ ਡਾਇਰੈਕਟ ਸੰਪਰਕ ਕਰਨਾ, ਤੇ ਜੋ ਵੀ ਤਿਲ ਫੁੱਲ ਭੇਟਾ ਤੁਸੀਂ ਤੁਹਾਡੇ ਮਨ 'ਚ ਆ ਕੇ ਜ਼ਰੂਰ ਸਾਨੂੰ ਭੇਜਣੀ ਚਾਹੀਦੀ ਹੈ ਐਡੇ ਮਹਾਨ ਸ਼ਹੀਦ ਪਰਿਵਾਰ ਨੂੰ। ਤੇ ਜ਼ਰੂਰ ਜਿਹੜਾ ਵਾ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਭੇਜਿਓ ਜੀ। तमाम उन्होंने सहयोगी संगतां दे असीं बेहद शुक्रगुजार हाँ जिहड़ी साडी संस्था गुरु नानक लंगर सेवा सोसाइटी इंटरनैशनल के उत्ते भरोसा करके सानू सेवा भेजदे आ ते असीं सेवा जिहड़ी आ पूरी ईमानदारी ते पारदर्शिता दे नाल इन्हां परिवारां तक पहुँचती कर दिंदे आ जी। बहुत मेहरबानी साध संगत जी, बहुत बहुत धन्नवाद। वाहिगुरू जी का खालसा, वाहिगुरू जी की फतेह।